ਦਾ ਇੱਕ ਘਰੇਲੂ ਵਿਵਾਦ ਹੁਣ ਸੋਸ਼ਲ ਮੀਡੀਆ ਤੇ ਆ ਗਿਆ, ਜਿੱਥੋਂ ਦੇ ਇੱਕ ਬਜ਼ੁਰਗ ਮਾਪਿਓ ਦੇ ਵੱਲੋਂ ਆਪਣੇ ਹੀ ਪੁੱਤ ਤੇ ਨੂੰਹ ਦੇ ਉੱਪਰ ਆਰੋਪ ਲਗਾਏ ਗਏ ਨੇ, ਜਿਨ੍ਹਾਂ ਦਾ ਆਖਣਾ ਕਿ ਉਹਨਾਂ ਦੇ ਪੁੱਤਰ ਤੇ ਨੂੰਹ ਨੇ ਮਿਲ ਕੇ ਧੋਖੇ ਦੇ ਨਾਲ ਹੀ ਉਹਨਾਂ ਦੀ ਜ਼ਮੀਨ ਜਾਇਦਾਦ ਆਪਣੇ ਨਾਂ ਕਰਵਾ ਲਈ ਹੈ। ਜਦਕਿ ਦੂਸਰੇ ਪਾਸੇ ਪੁੱਤ ਵੀ ਇਸ ਮਾਮਲੇ ਦੇ ਵਿੱਚ ਹੁਣ ਸਾਹਮਣੇ ਆਇਆ ਹੈ, ਜਿਸ ਨੇ ਆਪਣੀ ਪਤਨੀ ਦੇ ਨਾਲ ਬਕਾਇਦਾ ਬੈਠ ਕੇ ਸਾਰੀਆਂ ਰਜਿਸਟਰੀਆਂ ਦਿਖਾ ਕੇ ਇਸ ਜੋ ਆਰੋਪ ਲਗਾਏ ਜਾ ਰਹੇ ਨੇ ਉਸ ਦਾ ਖੰਡਨ ਕੀਤਾ ਹੈ ਤੇ ਸਾਰਾ ਜੋ ਸਪਸ਼ਟ ਹੈ ਉਹ ਸਾਰਾ ਸਾਹਮਣੇ मीडिया दे आके कीता है कि ये पूरा मामला किवें ये विवाद बनया, किवें सोशल मीडिया ते आया है। देखो साडी ये खास रिपोर्ट। प्यो ने लैके दित्ती आ जगह, फिर इहनूं ये जगह जिहड़ी आ साडे वाली जगह वे इहनूं ओनूं यही मिली सी देण नूं, आपदे लैके देण नूं कि कुड़ी नूं आपदी कोई होर लै दिंदा है। सगन ला के उहदे बेदखल कर दिता सीगा ते इन्हां ने मुड़ के रिश्ते नूं इन्हां दे मुंडा ने जवाब देता, कहंदा भी मैं रिश्ता नहीं करना, जद कि साडे सारे रिश्तेदारां च साडी बदनामी हुंदी सी। फिर मेरे डैडी ने इन्हां नूं जगह लैके दित्ती है। हमने इत्थे आउण कुड़ियां दे बच्चे बना इत्थे आउण, फिर हुण जिन्ना चਿਰ ਅਸੀਂ जीने आ भाई ਅਸੀਂ ਇਹ ਤਾਂ ਆਊਗਾ ਹੀ, ਨਿਆਣੇ ਤਾਂ ਇਹਨਾਂ ਨੇ ਨਿਆਣਿਆਂ ਤਾਂ ਆਉਣਾ ਹੀ ਆ। ਚੰਨੀ ਤੂੰ ਕੀ ਅੱਲਾ ਕਰ ਕਿਸੇ ਨੂੰ ਪੈਰੀ ਦੁਸ਼ਮਣ ਦੀ ਤੀਨ ਨਾ ਦਵੇ, ਮੈਂ ਤਾਂ ਇਹੀ ਗੋਨੀ ਅੱਲਾ। ਆਪਾਂ ਪਿਆਉਣੇ ਆ ਨਾ, ਖੁਸ਼ੀ ਹੁੰਦੀ ਆ ਵੀ ਸਾਡੇ ਘਰੇ ਨਵਾਂ ਇੱਕ ਜੀ ਆਇਆ ਵਾ, ਪਰ ਜੇ ਵਿਆਹ ਕਰਨ ਤੋਂ ਬਾਅਦ ਫਿਰ ਜੇ ਕੋਈ ਸੁੱਖ ਨਾ ਮਿਲੇ ਫਿਰ ਉਹਦੀ ਜ਼ਿੰਦਗੀ ਮਾਪੇ ਦੀ ਦੱਸੋ ਪਹਿਲਾਂ ਕਹੀ ਇਹਦੇ ਨਾਲ ਮੰਗਣਾ ਹੋਇਆ ਸੀ ਜੀ। ਮੈਨੂੰ ਲੱਗਦਾ ਉਦੋਂ ਤੋਂ ਹੀ ਮੇਰੇ ਮਾਂ-ਬਾਪ ਨੂੰ ਤੇ ਮੇਰੀਆਂ ਭੈਣਾਂ ਨੂੰ ਇਹ ਰਿਸ਼ਤਾ ਮਤਲਬ ਨਾ ਮਨਜ਼ੂਰ ਹੀ ਸੀਗਾ ਜੀ। अजकल के टाइम के उत्ते जेकर असी सोशल मीडिया का इस्तेमाल करते हाँ तो साडे नाल हो रहे नाइंसाफ नूं भी असी अगे लैके आ जाते हैं। सो सोशल मीडिया एक अजिहा मीडियम का काम करती है जिस विच लोग अपना अपना पक्ष जरूर रखते हैं, पर कई अजिहियां कहानियां जिहड़ियां ने वो दिल दहलाण वालियां भी सोशल मीडिया के उत्ते सामने आउंदियां ने। सो इस तरीके दे नाल ही हांबड़ा रोड ते रहन वाले एक बजुर्ग जोड़े वालों आरोप सन कि उन्हां दे आपदे बेटे आपदी बहू ने ही उन्हां कोलों प्रॉपर्टी जिहड़ी है वो ले लत्ती है। उन्हां नूं एक कमरा दिता है जिस दे विच उन्हां दा गुजारा बहुत मुश्किल है। उन्हां कोल जिहड़ा घर है वो भी बहुत नीवा है जिस दे विच वो नहीं रह सकते। सो उन्हां नाल भी गलबात करदे आ, जानदे आ, क्योंकि बच्चे अक्सर मन्निया जाता है कि माँ प्यो की एक छड़ी मुताबिक होंदे ने कि उम्र टले ते वो बच्चे नाल खड़ोते होंदे ने। उन्हां बीबी नाल गलबात करते हैं, जानते हैं। आंटी जी की नाम है थोड़ा? मेरा नाम सुरिंदर कौर आ बेटा। आंटी की तुसी इसी जगह दे एक कमरे दे विच ही रहंदे हो? हाँ, एक कमरे 'ਚ ही रहने आ बेटा। आ ਇਹਦੇ 'ਚ ਸਾਡਾ ਲੋਬੀ 'ਚ ਬੈੱਡ ਡਾਇਆ ਹੋਇਆ ਵਾ, ਅੰਦਰ ਬੈੱਡ ਆਉਂਦਾ ਨਹੀਂ ਹੈਗਾ, ਨਾ ਅੰਦਰ ਚੁੱਲ੍ਹਾ ਰੱਖਿਆ ਜਾਂਦਾ ਵਾ। ਅਸੀਂ ਆਹ ਇੱਥੇ ਬੈੱਡ ਡਾਇਆ ਹੋਇਆ, ਇੱਥੇ ਪਈਦਾ ਵਾ। ਤੇ ਇੱਕ ਕਮਰਾ ਵਾ, ਲੋਬੀ ਆ ਸਾਡੇ ਕੋਲੇ, ਮੂਹਰੇ ਬਾਥਰੂਮ ਆ ਗੇਟ ਦੇ ਨਾਲ ਹੀ ਜੀ। ਉਹਦੇ ਵਿੱਚ ਅਸੀਂ ਚੱਲ ਹੌਲੀ ਹੌਲੀ ਬਾਥਰੂਮ ਚਲੇ ਜਾਈਦਾ ਵਾ, ਲੈਟਰਿੰਗ ਚਲੇ ਜਾਈਦਾ ਜਦੋਂ ਵੀ ਜਾਣਾ ਹੁੰਦਾ ਵਾ। ਤੇ ਅੰਕਲ ਨੂੰ ਕੀ ਪਰੇਸ਼ਾਨੀ ਹੈ? ਇਹਨਾਂ ਨੂੰ ਪਹਿਲਾਂ ਤਾਂ ਬੀਪੀ ਸ਼ੂਗਰ ਹੁੰਦਾ ਸੀਗਾ, ਉਹਦੇ ਨਾਲ ਹੀ ਫਿਰ ਇਹਨਾਂ ਨੂੰ ਪੈਰਾਲਾਈਸ ਹੋ ਗਿਆ। 11-12 ਸਾਲ ਹੋ ਗਏ ਇਹਨਾਂ ਨੂੰ ਪੈਰਾਲਾਈਸ ਹੋਏ ਨੂੰ। ਬਸ ਇਹ ਇੱਦਾਂ ਹੀ ਆ, ਲੈ ਕੇ ਫਿਰਦੇ ਤਾਂ ਬਥੇਰਾ ਰਹੇ ਆ, ਪਰ ਇਹ ਜਦ ਠੀਕ ਨਹੀਂ ਹੋਏ ਹੈਗੇ। ਤੇ ਆਂਟੀ ਕਿਉਂ ਇਦਾਂ ਦਾ ਹੈ ਕਿ ਤੁਸੀਂ ਇੱਕ ਕਮਰੇ ਦੇ ਵਿੱਚ ਜਿਹੜਾ ਉਹ ਕਿਹਾ ਹੋਇਆ ਹੈ, ਰਸੋਈ ਅਸੀਂ ਤੁਹਾਡੀ ਪਿੱਛੇ ਦੇਖ ਪਾ ਰਹੇ ਹਾਂ, ਤੁਸੀਂ ਕਹਿ ਰਹੇ ਹੋ ਇੱਕ ਕਮਰੇ ਦੇ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂ। ਕੀ ਕਰੀਏ ਫਿਰ, ਹੁਣ ਕਰਨਾ ਹੀ ਆ, ਗੁਜ਼ਾਰਾ ਤਾਂ ਕਰਨਾ ਹੀ ਆ, ਰਹਿਣਾ ਤਾਂ ਹੈਗਾ ਯਾਰ, ਜੀਣ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਨਾ ਫਿਰ ਐਡਜਸਟਮੈਂਟ। ਠੀਕ ਆ ਨਾ, ਅਸੀਂ ਔਖੇ ਸੌਖੇ ਹੋ ਕੇ ਜਿਵੇਂ ਵੀ ਮਰਜ਼ੀ ਅਸੀਂ ਦੋਨੇ ਜੀ ਆਪਣਾ ਗੁਜ਼ਾਰਾ ਕਰਦੇ ਹਾਂ। ਠੀਕ ਆ ਨਾ, ਪਰ ਹੁਣ ਕਰੀਏ ਕੀ ਫਿਰ, ਹੁਣ ਕਿੱਥੇ ਜਾਈਏ? ਜਿਹੜਾ ਨੀਵਾਂ ਥਾਂ ਆ ਉੱਧਰਲਾ ਵਾ, ਜਿਹੜਾ ਉਹ ਨੀਵਾਂ ਆ, ਉਹਦੇ ਵਿੱਚ ਅਸੀਂ ਜਾ ਨਹੀਂ ਸਕਦੇ, ਰਹਿ ਨਹੀਂ ਸਕਦੇ ਹੈਗੇ। ਉਹਦੇ 'ਚ ਰਹਿਣਾ ਬਹੁਤ ਔਖਾ ਵਾ। ਅਸੀਂ ਉਹ ਪਹਿਲਾਂ ਉਹ ਬਣਾਇਆ ਸੀਗਾ, ਉਹ ਬਣਾਉਣ ਤੋਂ ਬਾਅਦ ਫਿਰ ਅਸੀਂ ਜਦੋਂ ਇਹਨਾਂ ਨੂੰ ਪੈਰਾਲਾਈਸ ਹੋ ਗਿਆ ਉਦੋਂ ਬਾਅਦ ਫਿਰ ਇਹਨੂੰ ਤਿਆਰ ਕੀਤਾ, ਬਣਾਇਆ ਤਾਂ ਇਹਨੇ ਆਪ ਹੀ ਸੀਗਾ ਇਹ।
ਜਦੋਂ ਇਹ ਠੀਕ ਸੀਗਾ ਉਦੋਂ ਇਹਨੇ ਆਪ ਹੀ ਬਣਾਇਆ ਸੀਗਾ ਜਾਣੀ। ਫਿਰ ਇਹਦੇ 'ਚ ਸੀਟ ਵਗੈਰਾ ਫਰਸ਼ ਵਗੈਰਾ ਫਿਰ ਅਸੀਂ ਬਾਅਦ 'ਚ ਫਿਰ ਕਰਿਆ ਵਾ ਜਿਹੜਾ ਕੁਛ ਕਰਿਆ ਵਾ। ਜੀ ਕਿੰਨੇ ਬੱਚੇ ਨੇ ਆਂਟੀ ਤੁਹਾਡੇ? ਮੇਰੇ 3 ਗੁੱਡੀਆਂ ਨੇਗੀਆਂ ਜੀ ਬੇਟਾ, 1 ਕਾਕਾ ਵਾ। ਕਾਕਾ ਵੀ ਵਿਆਹਿਆ ਅਸੀਂ, ਚਾਹੇ ਕਿਵੇਂ ਵੀ ਕਰਕੇ ਇਹਨਾਂ ਦੇ ਪੈਰਾਲਾਈਸ ਹੋਣ ਤੋਂ ਬਾਅਦ ਅਸੀਂ ਇਹਦਾ ਵਿਆਹ ਕੀਤਾ ਵਾ। ਇਹਦਾ ਵਿਆਹ ਅਸੀਂ ਇੱਧਰ ਕੀਤਾ ਵਾ, ਗੁੱਡੀਆਂ ਦੇ ਵਿਆਹ ਅਸੀਂ ਉੱਧਰ ਕੀਤੇ ਨੇਗੇ। ਸੋ ਕੀ ਇਹ ਜਿਹੜੀ ਕੰਪਲੇਂਟ ਹੈ ਇਹ ਕਿਸ ਚੀਜ਼ ਨੂੰ ਲੈ ਕੇ ਹੈ? ਜ਼ਮੀਨੀ ਰੌਲਾ ਹੈ ਕਿ ਆਪਸ 'ਚ ਪਹਿਲਾਂ ਨਹੀਂ ਬਣੀ, ਉਸ ਤੋਂ ਬਾਅਦ ਜ਼ਮੀਨੀ ਰੌਲਾ ਪਿਆ? ਨਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ 3 ਮਹੀਨੇ ਹੋਏ ਸੀ ਇਹਨੂੰ ਵਿਆਹੀ ਆਈ ਨੂੰ। ਜੀ ਜਦੋਂ ਇਹਨੇ ਜਾਣੀ ਮੇਰੇ ਤੇ ਰੋਪ ਲਾਇਆ ਵੀ ਗੱਲ ਤਾਂ ਕੁਛ ਨਹੀਂ ਸੀ ਹੁੰਦੀ, ਇੱਕ ਸਿਰਫ ਚੁੱਲ੍ਹੇ ਦਾ ਕੰਮ ਹੁੰਦਾ ਸੀਗਾ। ਕਿਉਂ ਅੱਜ ਕੱਲ੍ਹ ਕਿਹੜਾ ਕੋਈ ਪਸ਼ੂ ਰੱਖਦਾ ਵਾ? ਰਸੋਈ ਦਾ ਕੰਮ ਹੁੰਦਾ, ਰਸੋਈ ਦੇ ਵਿੱਚ ਚਾਹੇ ਮੈਂ ਵੜ ਜਾਂ ਚਾਹੇ ਇਹ ਵੜ ਜੇ। ਹੁਣ ਮੈਂ ਤਾਂ ਆਪ ਬਿਮਾਰ ਰਹਿੰਦੀ ਹਾਂ, ਮੇਰੇ ਤੇ ਸਾਰਾ ਕੰਮ ਨਹੀਂ ਹੁੰਦਾ ਹੈਗਾ। ਚਲੋ ਇਹ ਘਰ ਦੇ ਕੰਮ ਪਿੱਛੇ ਲਾ ਲਾ, ਚਾਹੇ ਕਿਵੇਂ ਵੀ ਕਰਕੇ ਲਾ ਲਾ ਵੀ ਇਹ ਨਾ ਪਹਿਲਾਂ ਜਾਣੀ 3 ਕੁ ਮਹੀਨੇ ਹੋਏ ਸੀ ਇਹਨੂੰ ਆਈ ਨੂੰ, ਉਦੋਂ ਇਹਨੇ ਰੋਪ ਲਗਾਇਆ ਵੀ ਸੱਸ ਸਿਲੰਡਰ ਖੋਲਦੀ ਆ, ਚਾਕੂ ਛੁਰੀਆਂ ਮਾਰਦੀ ਆ ਤੇ ਕੁੜੀਆਂ ਦਾਜ ਮੰਗਦੀਆਂ ਨੇਗੀਆਂ। ਨਾ ਕਿ ਅਸੀਂ ਇਹ ਸਾਡੀ ਕੋਈ ਮੰਗ ਨਹੀਂ ਸੀਗੀ। ਜੇ ਹੁਣ ਇਹਦੇ ਤੇ ਅਸੀਂ ਸਿਲੰਡਰ ਖੋਲਾਂਗੇ ਅਸੀਂ ਕਿਹੜਾ ਵੱਜ ਜਾਵਾਂਗੇ? ਆਹ 7 ਮਸਾਂ ਬਣਾਈ ਸੀਗੀ, ਇਹ ਵੱਜੂਗੀ ਦੱਸੋ? ਸੋ ਕੀ ਉਸ ਤੋਂ ਬਾਅਦ ਕੀ ਇਸ ਤੋਂ ਅੱਗੇ ਕੀ ਤੁਸੀਂ ਕੀਤਾ ਕਿ ਇਕੱਠੇ ਰਹਿਣ ਦਾ ਫੈਸਲਾ ਹੋਇਆ? ਇਕੱਠੇ ਰਹਿੰਦੇ ਸੀਗੇ। ਫਿਰ ਜਦੋਂ ਸਾਡੇ ਤੇ ਇਹ ਰੋਪ ਲਗਾਉਣ ਲੱਗ ਗਏ, ਸਾਡੇ ਤੇ ਪੁਲਿਸਾਂ ਲਿਆਉਣ ਲੱਗ ਗਏ, ਫਿਰ ਸਾਡੇ ਤੇ ਇਹਨਾਂ ਨੇ ਸਾਡੇ ਤੇ ਹੁਣ ਕੇਸ ਵੀ ਲਾਤਾ। ਸਾਡੀ ਜਿਹੜੀ ਆਹ ਜਗ੍ਹਾ ਵਾ ਉਹ ਇਹਨਾਂ ਨੇ ਆਪਦੇ ਨਾਂ ਕਰਾਤੀ। ਇਹਨੇ ਮੁੰਡੇ ਨੇ ਆਪਦੇ ਘਰ ਵਾਲੀ ਦੇ ਸਹੁਰੇ ਦੇ ਨਾਲ ਰਲ ਕੇ ਜਾਣੀ ਇਹ ਕਹਿੰਦੀ ਹੈ ਨਾ ਮੇਰੇ ਸਹੁਰੇ ਮੇਰੇ ਪਿਓ ਨੇ ਲੈ ਕੇ ਦਿੱਤੀ ਆ ਜਗ੍ਹਾ। ਫਿਰ ਇਹਨੂੰ ਇਹ ਜਗ੍ਹਾ ਜਿਹੜੀ ਆ ਸਾਡੇ ਵਾਲੀ ਜਗ੍ਹਾ ਵਾ ਉਹਨੂੰ ਇਹੀ ਮਿਲੀ ਸੀ ਦੇਣ ਨੂੰ, ਆਪਦੇ ਲੈ ਕੇ ਦੇਣ ਨੂੰ ਵੀ ਕੁੜੀ ਨੂੰ ਆਪਦੀ ਨੂੰ ਕੋਈ ਹੋਰ ਲੈ ਦਿੰਦਾ ਇਹ। ਕੀ ਤੁਹਾਡੇ ਕੋਲ ਆਂਟੀ ਜੀ ਪ੍ਰੂਫ ਹੈਗੇ ਨੇ ਕਿ ਇਹ ਜਿਹੜਾ ਘਰ ਹੈ ਤੁਸੀਂ ਕਹਿ ਰਹੇ ਹੋ ਇੱਕੋ ਹੀ ਘਰ ਸੀਗਾ? ਤੁਸੀਂ ਪਹਿਲਾਂ ਉਹ ਨੀਵਾ ਘਰ ਸੀ? ਹਾਂ 252 ਗਜ ਜਗ੍ਹਾ ਸੀਗੀ। ਜਾਣੀ ਜਗ੍ਹਾ ਨੂੰ 2 ਵਾਰੀ ਕਰਕੇ ਬਣਾ ਲਿਆ। ਬਣਾ ਕੇ ਉਹ ਪਹਿਲਾਂ ਬਣਾਈ ਸੀਗੀ, ਇਹ ਬਾਅਦ 'ਚ ਬਣਾਈ ਆ ਅਸੀਂ। ਫਿਰ ਇਹਦਾ ਮੁੰਡੇ ਦਾ ਵਿਆਹ ਅਸੀਂ ਇਹਦੇ 'ਚ ਕੀਤਾ ਵਾ, ਜਾਣੀ ਕੁੜੀਆਂ ਦੇ ਵਿਆਹ ਅਸੀਂ ਉੱਧਰ ਕੀਤੇ ਨੇਗੇ। ਬਿਲਕੁਲ ਅਸੀਂ ਵੀ ਦੇਖ ਪਾ ਰਹੇ ਹਾਂ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਹੋ। ਕਿ ਉਸ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਸੀ ਜਦੋਂ ਤੁਸੀਂ ਕਿਹਾ 3 ਮਹੀਨੇ ਤੋਂ ਬਾਅਦ ਇਹ ਆਰੋਪ ਲਗਾਏ, ਪੁਲਿਸ ਆਈ ਸੀਗੀ ਤਾਂ ਅਸੀਂ ਇਹਨੂੰ ਅੱਡ ਕਰਤਾ ਸੀਗਾ ਉੱਧਰ, ਇਹਨੂੰ ਉੱਧਰਲੇ ਪੋਰਸ਼ਨ ਦੇ ਵਿੱਚ ਅੱਡ ਕਰ ਦਿੱਤਾ। ਉਸ ਤੋਂ ਬਾਅਦ ਇਹ ਸਾਲ 1.5 ਸਾਲ ਉੱਧਰ ਰਹੇ। ਉੱਧਰ ਜਦੋਂ ਰਹੇ ਫਿਰ ਚਲੋ ਆ ਬੱਚਾ ਹੋਣ ਵਾਲਾ ਸੀਗਾ। ਫਿਰ ਮੈਂ ਮਾਂ ਆ ਬੇਟਾ, ਮਾਂ ਦਾ ਫਿਰ ਵੀ ਦਿਲ ਕਹਿੰਦੇ ਹੁੰਦੇ ਨੇ ਨਾ ਉਹ ਹੁੰਦਾ ਵਾ। ਮੈਂ ਫਿਰ ਵੀ ਇਹਨਾਂ ਨੂੰ ਕਿਹਾ, ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਈ ਗਲਤੀਆਂ ਤਾਂ ਬੱਚਿਆਂ ਤੋਂ ਹੁੰਦੀਆਂ ਨੇਗੀਆਂ, ਚਲੋ ਕੋਈ ਗੱਲ ਨਹੀਂ ਵੀ ਠੀਕ ਆ ਨਾ ਵੀ ਅਸੀਂ ਜੇ ਚੱਲ ਸਾਡੇ ਨਾਲ ਆਉਣਗੇ ਵੀ ਮੈਂ ਚੱਲ ਸਾਡੀ ਵੀ ਦੇਖਭਾਲ ਨਾਲ ਹੋਈ ਜਾਊਗੀ, ਚੱਲ ਸਾਡਾ ਰਲ ਮਿਲ ਕੇ ਟਾਈਮ ਪਾਸ ਹੋਈ ਜਾਊ। ਆ ਬੱਚਾ ਹੋਣ ਕਰਕੇ ਮੈਨੂੰ ਲੈ ਕੇ ਵੀ ਫਿਰਦੀ ਰਹੀ ਹਾਂ ਮੈਂ ਇਹਨੂੰ ਹਸਪਤਾਲ, ਕੀ ਉਹ ਆਪਣਾ ਹੈਗਾ ਵਾ ਉਹਦੇ ਕੋਲੇ ਹਾਈਬੋ ਵਾਲੇ ਇੱਕ ਹੌਸਪੀਟਲ ਆ, ਉਹ ਉੱਥੇ ਇਹਨੂੰ ਲੈ ਕੇ ਵੀ ਗਈ ਸੀਗੀ ਤੇ ਰਾਤ ਵੀ ਰਹੀ ਹਾਂ ਮੈਂ। ਇਹ ਮੁੰਡਾ ਹੋਇਆ ਮੈਂ 2-2:30 ਵਜੇ, ਇਹਦਾ 2:30 ਵਜੇ ਦਾ ਜਨਮ ਆ। ਮੈਂ ਰਾਤ ਫਿਰ ਇਹ ਤੋਂ ਮਗਰੋਂ ਫਿਰ ਮੈਂ ਘਰੇ ਆਈ। ਹੁਣ ਤੁਸੀਂ ਐਂ ਦੇਖੋ ਇਹ ਬਿਮਾਰ ਆ, ਇਹਨੂੰ ਛੱਡ ਕੇ ਮੈਂ ਸਾਰੀ ਰਾਤ ਇਹਦੇ ਕੋਲੇ ਬੈਠੀ ਰਹੀ। ਜੇ ਮੇਰੇ ਚਿੱਤ 'ਚ ਪਾਪ ਹੁੰਦਾ ਮੈਨੂੰ ਕੀ ਲੋੜ ਸੀ ਨਾਲ ਲੈ ਕੇ ਇਹਨੂੰ ਉੱਥੇ ਲੈ ਕੇ ਬੈਠਣ ਦੀ? ਮੈਂ ਆਪਦੇ ਘਰੇ ਬਹਿੰਦੀ, ਇਹ ਆਪਦਾ ਜਿਵੇਂ ਮਰਜ਼ੀ ਆਪਦਾ ਟਾਈਮ ਪਾਸ ਕਰਦੀ, ਠੀਕ ਆ ਨਾ। ਪਰ ਮੇਰੇ ਮਨ 'ਚ ਪਾਪ ਨਹੀਂ ਸੀਗਾ। ਪਰ ਹੁਣ ਜਦੋਂ ਇਹ ਸਾਡੇ ਨਾਲ ਇਹੋ ਜਿਹਾ ਕੁਛ ਕਰਨ ਲੱਗ ਗਏ ਨਾ, ਹੁਣ ਸਾਨੂੰ ਇਹ ਕਹਿੰਦੇ ਨੇ ਵੀ ਅਸੀਂ ਮੁੱਲ ਲਈ ਆ ਜਗ੍ਹਾ, ਤੁਸੀਂ ਇੱਥੋਂ ਬਾਹਰ ਜਾਵੋ। ਫਿਰ ਸਾਡਾ ਦਿਲ ਨਹੀਂ ਮੰਨਦਾ ਹੈਗਾ, ਠੀਕ ਆ ਨਾ। ਖਰਚਾ ਲੜਦੇ ਠੀਕ ਆ ਨਾ, ਇਹੋ ਜਿਹੇ ਲਫ਼ਜ਼ ਜਿਹੜੇ ਨੇ। ਪਰ ਹੁਣ ਹੁਣ ਨਹੀਂ ਗਾ ਠੀਕ ਆ ਨਾ। ਸੋ ਤੁਹਾਡਾ ਖਰਚਾ ਪਾਣੀ ਆਂਟੀ ਕਿਸ ਤਰੀਕੇ ਦੇ ਨਾਲ ਚੱਲਦਾ ਵਾ? ਪਹਿਲਾਂ ਤਾਂ ਉੱਧਰਲਾ ਪੋਰਸ਼ਨ ਅਸੀਂ ਕਿਰਾਏ ਤੇ ਦਿੱਤਾ ਸੀਗਾ, ਠੀਕ ਆ ਨਾ। ਰਹਿੰਦੇ ਅਸੀਂ ਇੱਥੇ ਹੀ ਆ, ਉੱਧਰਲਾ ਪੋਰਸ਼ਨ ਕਿਰਾਏ ਤੇ ਦਿੱਤਾ ਸੀਗਾ ਤਾਂ ਸਾਡਾ ਟਾਈਮ ਪਾਸ ਹੁੰਦਾ ਸੀਗਾ। ਫਿਰ ਸਾਨੂੰ ਜਦੋਂ ਕਿਰਾਏਦਾਰ ਜਦੋਂ ਸਾਡਾ ਇਹ ਆਪਦਾ ਨਹੀਂ ਸਾਨੂੰ ਚੱਕਦਾ ਹੈਗਾ, ਦੇਖਦਾ ਹੈਗਾ ਕਿਰਾਏਦਾਰ ਤਾਂ ਫਿਰ ਵੀ ਮੰਨ ਜਾਂਦੇ ਨੇ। ਇੱਕ ਦਿਨ ਇਹ ਡਿੱਗ ਪਿਆ, ਹੁਣ ਮੈਂ ਗਈ ਭੱਜੀ ਮੈਂ ਕਿਰਾਏਦਾਰ ਕੋਲੇ। ਮੈਂ ਕਿਹਾ ਬੇਟਾ ਤੇਰੇ ਅੰਕਲ ਨੂੰ ਚੱਕੀ, ਮੇਰੇ ਤੇ ਚੱਕ ਨਹੀਂ ਹੁੰਦਾ। ਉਹ ਆਇਆ ਵਿਚਾਰਾ, ਉਹਨੇ ਚੱਕ ਕੇ ਬੈੱਡ ਦੇ ਉੱਤੇ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਸੋਚਿਆ ਵੀ ਮੈਂ ਕਿਹਾ ਵੀ ਕੁੜੀ ਨੂੰ ਹੀ ਲੈ ਕੇ ਆਉਣੀ ਆ ਮੈਂ ਇੱਥੇ, ਵੀ ਚੱਲ ਕੁੜੀ ਸਾਨੂੰ ਆਪਦਾ ਰੋਟੀ ਪਾਣੀ ਵੀ ਦਿੰਦੀ ਆ। ਹੁਣੇ ਜਿੱਦਣ ਦੀ ਆਈ ਆ ਰੋਟੀ ਪਾਣੀ ਵੀ ਦਿੰਦੀ ਆ, ਕਰਕੇ ਸਾਡੇ ਲੀੜੇ ਵੀ ਧੋਂਦੀ ਆ ਇਹ, ਠੀਕ ਆ ਨਾ। ਕੁੜੀਆਂ ਦਾ ਵਜੇ ਹੁਣ ਇਹ ਕਹਿੰਦੇ ਨੇ ਕੁੜੀਆਂ ਬਣਾ ਇੱਥੇ ਆਉਣ, ਕੁੜੀਆਂ ਦੇ ਬੱਚੇ ਬਣਾ ਇੱਥੇ ਆਉਣ। ਹੁਣ ਜਿੰਨਾ ਚਿਰ ਅਸੀਂ ਜੀਨੇ ਆ ਭਾਈ ਅਸੀਂ, ਇਹ ਤਾਂ ਆਊਗਾ ਹੀ। ਨਿਆਣੇ ਤਾਂ ਇਹਨਾਂ ਨੇ ਨਿਆਣਿਆਂ ਤਾਂ ਆਉਣਾ ਹੀ ਆ ਫਿਰ, ਠੀਕ ਆ ਨਾ। ਸਾਨੂੰ ਕੌਣ ਦੇਖੇ ਜੇ ਇਹ ਨਹੀਂ ਆਉਣਗੇ? ਇਹ ਤਾਂ ਸਾਨੂੰ ਦੇਖਦਾ ਨਹੀਂ ਹੈਗਾ, ਠੀਕ ਆ ਨਾ। ਇਹ ਤਾਂ ਸਾਨੂੰ ਦੇਖਦਾ ਨਹੀਂ ਹੈਗਾ, ਅਸੀਂ ਕੀ ਕਰੀਏ ਫਿਰ? ਹੁਣ
ਕਿਸ ਤਰੀਕੇ ਨਾਲ ਮਹਿਸੂਸ ਹੁੰਦਾ ਹੈ ਕਿ ਇੱਕ ਬੱਚਾ ਤੁਸੀਂ ਆਪਣੇ ਹੱਥੋਂ ਵਿਆਹਿਆ ਹੈ, ਉਹਨੂੰ ਲੈ ਕੇ ਆਏ ਹੋ ਘਰੇ, ਪਰ ਅਜਿਹਾ ਕੁਝ ਹੋ ਰਿਹਾ? ਬੇਟਾ ਜਦੋਂ ਬੱਚੇ ਨੂੰ ਆਪਾਂ ਵਿਆਹੁੰਦੇ ਆ ਨਾ, ਖੁਸ਼ੀ ਹੁੰਦੀ ਆ ਵੀ ਸਾਡੇ ਘਰੇ ਨਵਾਂ ਇੱਕ ਜੀ ਆਇਆ ਵਾ। ਪਰ ਜੇ ਵਿਆਹ ਕਰਨ ਤੋਂ ਬਾਅਦ ਫਿਰ ਜੇ ਕੋਈ ਸੁੱਖ ਨਾ ਮਿਲੇ, ਫਿਰ ਉਹਦੀ ਜ਼ਿੰਦਗੀ ਮਾਪੇ ਦੀ ਦੱਸੋ ਪਹਿਲਾਂ ਕਹੀ ਚੀਜ਼ ਆ। ਨਾਲੇ ਅਸੀਂ ਦੋਨੇ ਜੀ ਬਿਮਾਰ ਰਹਿੰਦੇ ਹਾਂ, ਅਸੀਂ ਸਾਤੇ ਕੰਮ ਨਹੀਂ ਹੁੰਦਾ ਹੈਗਾ ਨਾ ਸਾਤੇ। ਅਸੀਂ ਤਾਂ ਜੇ ਸਾਨੂੰ ਕੋਈ ਪੁੱਛੇ ਨਾ, ਅਸੀਂ ਰੱਜ ਕੇ ਰੋਟੀ ਵੀ ਨਹੀਂ ਖਾ ਸਕਦੇ ਹੈਗੇ। ਮਨ ਇੰਨੀ ਸਾਨੂੰ ਪਰੇਸ਼ਾਨੀ ਆ ਨਾ, ਮੈਂ ਕਹਿੰਦੀ ਹਾਂ ਪੁੱਛਣਾ ਇਦੋਂ ਤਾਂ ਮੈਂ ਆਪ ਹੀ ਅਸੀਂ ਮਰ ਜਾਈਏ ਤਾਂ ਕੱਲ ਖਤਮ ਹੋ ਜਾਵੇ ਕਹਾਣੀ। ਸੱਚੀ ਗੱਲ ਆ। ਪਰ ਇਹ ਕਹਿੰਦਾ ਨਾ ਵੀ ਮਾਂ ਪਿਓ ਨਾ ਇਹ ਜੇ ਹੁਣ, ਮੈਂ ਤਾਂ ਆਪਾਂ ਤਾਂ ਕਹਿੰਦੇ ਆ, ਮੈਂ ਤਾਂ ਜੇ ਮੈਨੂੰ ਪਤਾ ਹੁੰਦਾ ਨਾ ਵੀ ਮੇਰਾ ਮੁੰਡਾ ਮੇਰਾ ਇਹੋ ਜਿਹਾ ਨਿਕਲੂਗਾ, ਮੈਂ ਤਾਂ ਮਰ ਜਾਂਦੀ ਇਹਦੇ ਹੁਣ ਤੋਂ ਪਹਿਲਾਂ ਹੀ ਮਰ ਜਾਂਦੀ। ਮੈਂ ਬਿਮਾਰ ਆ, ਮੇਰੇ ਤੇ ਕੰਮ ਨਹੀਂ ਹੁੰਦਾ ਹੈਗਾ। ਮੈਂ ਕੁੜੀ ਨੂੰ ਕੋਲੇ ਰੱਖਿਆ ਤਾਂ ਹੀ ਇਹ ਸਾਨੂੰ ਰੋਟੀ ਪਾਣੀ ਲਿਆ ਕਰਕੇ ਬਣਾ ਕੇ ਦਿੰਦੀ ਹੈ, ਦਾਲ ਸਬਜ਼ੀ ਵੀ ਦਿੰਦੀ ਹੈ, ਸਾਡੇ ਕੱਪੜਾ ਲੀੜਾ ਧੋ ਕੇ ਵੀ ਦਿੰਦੀ ਹੈ। ਕੁੜੀਆਂ ਨੂੰ ਇੱਥੇ ਵੜਨ ਨਹੀਂ ਦਿੰਦਾ, ਮੁੰਡਿਆਂ ਨੂੰ ਕੁੱਟ ਕਟਾਪੇ ਕਰਦਾ, ਗੰਦੀਆਂ ਗਾਲਾਂ ਕੱਢਦਾ। ਇਹ ਦੱਸੋ ਸਾਨੂੰ ਕੌਣ ਪੁੱਛੇ ਸਾਨੂੰ, ਜੇ ਸਾਨੂੰ ਸਾਡੀਆਂ ਕੁੜੀਆਂ ਨਹੀਂ ਪੁੱਛਣਗੀਆਂ। ਇਹਨੇ ਤਾਂ ਪੁੱਛਣਾ ਨਹੀਂ ਹੈਗਾ। ਇਹ ਤਾਂ ਕਹਿੰਦਾ ਮੇਰੇ ਕੁਝ ਨਹੀਂ ਲੱਗਦੇ ਹੈਗੇ, ਮੇਰੇ ਕੰਨੀਓ ਮਰਨ ਚਾਹੇ ਜੀੜੇ। ਸੋ ਸਾਡੇ ਕੋਲ ਇੱਕ ਹੌਲੀ ਆਂਟੀ, ਸਾਡੇ ਕੋਲ ਇੱਕ ਤੁਸੀਂ ਇੱਥੇ ਆ ਵੀ ਪੇਸ਼ ਕੀਤਾ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਮੁੰਡੇ ਨੂੰ ਬੇਦਖਲ ਕੀਤਾ ਸੀ। ਅਸੀਂ ਕਰਿਆ ਸੀ, ਬੇਦਖਲ ਕਰਿਆ ਹੋਇਆ ਵਾ। ਇਹ ਬੇਦਖਲ ਕਰਿਆ ਸੀ, ਸਾਨੂੰ ਤੰਗ ਕਰਦਾ ਸੀ, ਅਸੀਂ ਬੇਦਖਲ ਕਰਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹ ਰੌਲਾ ਕਿਸ ਤਰੀਕੇ ਨਾਲ ਮਕਾਨ ਦਾ ਪਿਆ? ਤੁਸੀਂ ਕਹਿ ਰਹੇ ਹੋ ਕਿ ਸਾਡੇ ਉੱਤੇ ਵੀ ਆਰੋਪ ਲਗਾਏ ਗਏ ਨੇ ਮਕਾਨ ਖੋਹਣ ਦੇ, ਪ੍ਰਾਪਰਟੀ ਦੇ। ਇਹਨਾਂ ਨੇ ਰਜਿਸਟਰੀ ਕਰਾ ਲਈ। ਜਦ ਸਾਨੂੰ ਪਰੇਸ਼ਾਨ ਕਰਦੇ ਸੀ ਨਾ, ਅਸੀਂ ਡੀਸੀ ਦੇ ਦਫ਼ਤਰ ਗਏ। ਡੀਸੀ ਨੇ ਇਹਨੂੰ ਬਾਹਰ ਨਿਕਲਣ ਦੇ ਆਰਡਰ ਦੇ ਤੇ ਉਦੋਂ ਬਾਅਦ ਇਹਨੇ ਪਤਾ ਨਹੀਂ ਕਿਵੇਂ ਕੀਤਾ, ਕੀ ਕਰਿਆ ਵਾ ਸਾਨੂੰ ਕੁਝ ਨਹੀਂ ਪਤਾ ਹੈਗਾ। ਕੀ ਇਹਨੇ ਰਜਿਸਟਰੀ ਕਰਾਉਣ ਨੇ ਲੱਗੇ ਨੇ, ਕਿਹਨੂੰ ਇਹਨੇ ਕਿਹਾ ਕੁਝ ਦੱਸਿਆ ਵਾ ਵੀ ਮੈਂ ਅਸੀਂ ਰਜਿਸਟਰੀ ਕਰਾਉਣੀ ਆ, ਸਾਨੂੰ ਨਹੀਂ ਪਤਾ ਹੈਗਾ। ਸਾਨੂੰ ਕੁਝ ਨਹੀਂ ਪਤਾ ਹੈਗਾ। ਸਾਡੇ ਤੋਂ ਚੋਰੀ ਇਹਨੇ ਪਹਿਲਾਂ ਤਾਂ ਸਾਡੇ ਕਾਗਜ਼ ਚੱਕ ਲਏ ਸੀਗੇ। ਸਾਨੂੰ ਪਤਾ ਲੱਗ ਗਿਆ, ਇਹ ਮੰਨਿਆ ਨਹੀਂ ਹੈਗਾ। ਕਹਿੰਦਾ ਜੇ ਤੁਸੀਂ ਮੇਰੇ ਸਿਰ ਇਲਜ਼ਾਮ ਲਾਵੋਗੇ ਨਾ ਵੀ ਕਾਗਜ਼ਾਂ ਦਾ, ਕਹਿੰਦਾ ਮੈਂ ਕੋਕਰੇਚ ਮਾਰਨ ਵਾਲੀ ਦਵਾਈ ਪੀ ਕੇ ਮਰ ਜਾਊਂਗਾ। ਸਾਨੂੰ ਧਮਕੀਆਂ ਮੈਨੂੰ ਦਿੰਦਾ ਸੀਗਾ, ਮੈਂ ਮਰ ਜਾਣਾ ਜੇ ਮੈਨੂੰ ਕਿਹਾ ਵੀ ਮੈਂ ਇਹਨੇ ਚ ਕਾਗਜ਼ ਚੁੱਕੇ ਨੇਗੇ। ਅਸੀਂ ਥੋੜਾ ਜਿਹਾ ਚਿਰ ਟੇਕ ਗਏ ਵੀ ਚੱਲ ਕੋਈ ਗੱਲ ਨਹੀਂ। ਅਸੀਂ ਫਿਰ ਪੁਲਿਸ ਦੇ ਵਿੱਚ ਇਹੋ ਰਿਪੋਰਟ ਵੀ ਕਰਾ ਕੇ ਵੀ ਸਾਡੇ ਕਾਗਜ਼ ਚੋਰੀ ਹੋ ਗਏ। ਪੁਲਿਸ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਹੈਗਾ, ਨਾ ਕੋਈ ਡੀਸੀ ਨੇ ਇਹਨੂੰ ਬਾਹਰ ਨਿਕਲਣ ਦੇ ਆਰਡਰ ਦੇ ਤੇ। ਉਹਦੇ ਤੋਂ ਮਗਰੋਂ ਇਹਨੇ ਰਜਿਸਟਰੀ ਕਰਾ ਲਈ, ਉਦੋਂ ਮਗਰੋਂ ਹੀ ਇਹਨੇ ਇੰਤਕਾਲ ਕਰਾ ਲਿਆ। ਪਤਾ ਨਹੀਂ ਕਿਵੇਂ ਕਰਾ ਲਿਆ, ਕੀ ਕਰਿਆ ਵਾ। ਸਾਨੂੰ ਕਹਿੰਦਾ ਘਰੋਂ ਬਾਹਰ ਨਿਕਲ ਜਾਵੋ ਬਸ। ਮੇਰੀ ਜਗ੍ਹਾ ਵਾ, ਮੈਂ ਮੁੱਲ ਲਈ ਆ। ਬਹੂ ਵੀ ਕਹਿੰਦੀ ਮੇਰੇ ਪਿਓ ਨੇ ਮੈਨੂੰ ਲੈ ਕੇ ਦਿੱਤੀ ਆ। ਕੀ ਲੈ ਕੇ ਖਰੀਦੀ ਸੀ ਇਹ ਜਗ੍ਹਾ? ਇਹ ਅਸੀਂ ਖਰੀਦੀ ਹੋਈ 30-35 ਸਾਲ ਹੋ ਗਏ। ਇਹਨਾਂ ਨੇ ਲਈ ਆ। ਜਦੋਂ ਜਗ੍ਹਾ ਲਈ ਆ 252 ਗਾ ਜਗ੍ਹਾ ਲਈ ਸੀਗੀ। ਇਹ ਫਿਰ ਜਦੋਂ ਅਸੀਂ ਬਿਮਾਰ ਹੋ ਗਏ, ਜਾਣੀ ਪਾਇਆ ਤਾਂ ਇਹਨੇ ਆਪ ਹੀ ਸੀ ਜਦੋਂ ਠੀਕ ਸੀਗਾ। ਬਾਅਦ ਵਿੱਚ ਸਾਨੂੰ ਉੱਧਰ ਰਹਿਣਾ ਔਖਾ ਹੋ ਗਿਆ ਸੀਗਾ, ਉੱਧਰ ਨੀਵਾਂ ਸੀਗਾ। ਤਾਹਾਂ ਚੜ੍ਹਨਾ, ਵਿਹੜੇ 'ਚ ਅੰਦਰ ਬਣਨਾ, ਲੈਟਰਿੰਗ ਜਾਣਾ ਬਹੁਤ ਔਖਾ ਸੀਗਾ। ਫਿਰ ਅਸੀਂ ਇਹਨੂੰ ਤਿਆਰ ਕਰ ਲਿਆ। ਤਿਆਰ ਕਰਕੇ ਫਿਰ ਇਹਦੇ ਵਿੱਚ ਅਸੀਂ ਰਹਿਣ ਲੱਗ ਗਏ। ਸੋ ਮਤਲਬ ਕਿ ਇਹ ਪੂਰਾ ਜਿਹੜਾ ਮਕਾਨ ਉਹ ਇੱਕ ਮਕਾਨ ਸੀਗਾ, ਪਰ ਇਸ ਨੂੰ ਅਲੱਗ ਬਣਾਇਆ ਗਿਆ ਸੀਗਾ। ਹਾਂ, ਬਣਾਇਆ ਗਿਆ ਇਹ ਅਲੱਗ, ਜਾਣੀ ਵਿਚਾਲੇ ਕੰਧ ਕਰਕੇ ਇਹ ਫਿਰ 2 ਬੋਹੇ ਹਿੱਸੇ ਕਰਕੇ ਬਣਾ ਦਿੱਤਾ। ਜਾਣੀ ਹਾਂ 2 ਹਿੱਸੇ ਕਰਕੇ ਬਣਾ ਲਿਆ। ਜਾਣੀ ਉਹ ਫਿਰ ਅਸੀਂ ਕਿਰਾਏ ਤੇ ਦੇਣ ਲੱਗੇ ਸੀਗੇ। ਇਹ ਜਦੋਂ ਅੱਡ ਹੋ ਗਿਆ ਫਿਰ ਸਾਡਾ ਗੁਜ਼ਾਰਾ ਕਿਵੇਂ ਹੁੰਦਾ ਦੱਸੋ? ਪਹਿਲਾਂ ਕੁੜੀਆਂ ਤਾਂ ਵਿਆਹੀਆਂ ਹੋਈਆਂ ਨੇ, ਕੁੜੀਆਂ ਆਪਦੇ ਘਰੇ ਨੇ, ਕੁੜੀਆਂ ਨੇ ਕੀ ਲੈਣਾ ਸੀਗਾ ਜੇ ਇਹ ਚੱਜਦਾ ਹੁੰਦਾ ਤਾਂ। ਜੇ ਸਾਨੂੰ ਪੁੱਛਦਾ ਇਹ ਸਾਨੂੰ ਸਾਰਾ ਕੁਝ ਕਰਦਾ, ਫਿਰ ਕੁੜੀਆਂ ਨੂੰ ਮੂਹਰੇ ਹੋਣ ਦੀ ਕੀ ਲੋੜ ਸੀਗੀ? ਤਾਂ ਵਿਆਹੀਆਂ ਹੋਈਆਂ ਸੀ, ਆਪਦੇ ਘਰੇ ਸੀਗੀਆਂ। ਹੁਣ ਨਾਲੇ ਤਾਂ ਕੁੜੀਆਂ ਆਪਦੇ ਘਰਾਂ ਦੀਆਂ ਜ਼ਿੰਮੇਵਾਰੀਆਂ ਚੁੱਕਦੀਆਂ ਨੇਗੀਆਂ, ਨਾਲੇ ਸਾਨੂੰ ਦੇਖਦੀਆਂ ਨੇਗੀਆਂ। ਦੱਸੋ
ਫਿਰ ਕਹਿੰਦੇ ਨੇ ਕੁੜੀਆਂ ਇੱਥੇ ਆ ਕੇ ਨਾ ਵੜਨ, ਕੁੜੀਆਂ ਇੱਥੇ ਅੰਡਰਵੇਅਰ ਨਾ ਕਰਨ, ਕੁੜੀਆਂ ਦੇ ਜਵਾਕ ਨਾ ਹੋਣ, ਇੱਥੇ ਕੋਈ ਨਾ ਆ ਕੇ ਵੜੇ। ਸਾਨੂੰ ਬਿਮਾਰਾਂ ਨੂੰ ਕੌਣ ਚੱਕੇ, ਡਿੱਗੇ ਪਿਆ ਨੂੰ ਕੌਣ ਚੱਕੇ, ਦੱਸੋ ਪਹਿਲਾਂ। ਸੋ ਕੀ ਆਪਸ ਵਿੱਚ ਹੁਣ ਤੁਹਾਡੀ ਬੋਲਚਾਲ ਹੈ ਜਾਂ ਬੋਲਚਾਲ ਬੰਦ ਹੋ ਚੁੱਕੀ ਹੈ? ਬੰਦ ਵਾ, ਸਭ ਕੁਝ ਬੰਦ ਆ, ਬੰਦ ਆ। ਰੋਟੀ ਪਾਣੀ ਤਾਂ ਜਿਹੜਾ ਹੈਗਾ ਬੰਦ ਹੈਗਾ ਹੀ ਆ, ਉਹ ਤਾਂ ਸਾਡਾ ਕਿੰਨੇ ਚਿਰ ਦਾ ਹੀ ਬੰਦ ਆ। ਅਸੀਂ ਤਾਂ ਪਹਿਲਾਂ ਵੀ, ਅਸੀਂ ਤਾਂ ਜਦੋਂ ਨਾਲ ਸੀ ਮੈਂ ਤਾਂ ਉਦੋਂ ਵੀ ਦੁੱਧ ਆਪਦਾ ਲਿਆ ਕੇ ਅਸੀਂ ਚਾਹ ਬਣਾ ਕੇ ਪੀਂਦੇ ਸੀਗੇ। ਸੌਦੇ ਆ ਲੁਕੋ ਕੇ ਰੱਖਣੇ ਆਪਦੇ, ਲਿਆ ਕੇ ਕਹਿਣਾ ਇਹ ਸੌਦੇ ਪੂਰੇ ਲਿਆਉਂਦਾ ਨਹੀਂ ਹੈਗਾ ਵੀ ਚੱਲ ਕੋਈ ਪਿੱਛੋਂ ਆ ਗਿਆ ਤਾਂ ਚੱਲ ਅਗਲੇ ਨੂੰ ਚਾਹ ਪਾਣੀ ਤਾਂ ਅਗਲਾ ਦਊਗਾ ਹੀ ਨਾ। ਇਹ ਵੀ ਮੈਂ ਕਿੱਥੇ ਪੈਰ ਤੇ ਭੱਜੂਗੀ ਸੌਦਾ ਲੈਣ ਦੁਕਾਨਾਂ ਤੇ। ਇਹਨੇ ਪੁਲਿਸ ਸੱਦ ਲਈ, ਪੁੱਛ ਨੂਰ ਕਹਿੰਦਾ ਪੁਲਿਸ ਵਾਲਿਆਂ ਨੂੰ, ਕਹਿੰਦਾ ਬੁੜੀ ਸੌਦੇ ਲੁਕੋ ਕੇ ਰੱਖਦੀ ਆ। ਹਾਂ ਮੈਂ ਕਿਹਾ ਮੈਂ ਰੱਖਦੀ ਆ ਸੌਦੇ ਲੁਕੋ ਕੇ, ਠੀਕ ਆ ਰੱਖਦੀ ਆ, ਮੈਂ ਆਏ ਗਏ ਵਾਸਤੇ ਰੱਖਦੀ ਆ, ਮੈਂ ਤੇ ਨਹੀਂ ਟਾਈਮ ਤੇ ਫਿਰਿਆ ਜਾਂਦਾ ਹੈਗਾ। ਸਾਡੇ ਤਾਂ ਕੋਈ ਇਹਨਾਂ ਦੀ ਕਰਕੇ ਸਾਡੇ ਕੋਲੇ ਘਰੇ ਕੋਈ ਆਉਂਦਾ ਹੀ ਨਹੀਂ ਹੈਗਾ, ਡਰਦਾ। ਅਗਲਾ ਕਹਿੰਦਾ ਸਾਡੇ ਬੇਇੱਜ਼ਤੀ ਕਰੂਗਾ ਇਹ। ਸਾਡੇ ਰਿਸ਼ਤੇਦਾਰ ਵੀ ਬੰਦ ਹੋ ਗਏ ਆਉਣੇ ਜਾਣੇ। ਹੁਣ ਕੁੜੀਆਂ ਦਾ ਤਾਂ ਸਰਦਾ ਨਹੀਂ ਹੈਗਾ, ਕੁੜੀਆਂ ਤਾਂ ਭਾਈ ਆਉਣਗੀਆਂ ਫਿਰ ਜਿੰਨਾ ਚਿਰ ਅਸੀਂ ਬੈਠੇ ਆ। ਸੋ ਹੁਣ ਵੀ ਇਸ ਕੀ ਕੰਪਲੇਂਟ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਸ਼ਿਕਾਇਤ ਕਿੱਥੇ ਦਰਜ ਹੋਈ ਹੈ? ਦੇਖੋ ਜੀ ਇਹਨੇ, ਅਸੀਂ ਤਾਂ ਡੀਸੀ ਦੇ ਗਏ ਸੀਗੇ, ਡੀਸੀ ਨੇ ਇਹਨੂੰ ਬਾਹਰ ਨਿਕਲਣ ਦਾ ਆਰਡਰ ਦਿੱਤਾ ਸੀਗਾ। ਇਹਨੇ ਉਸ ਤੋਂ ਮਗਰੋਂ ਨਾਲ ਤਾਂ ਸਾਡੇ ਤੇ ਕੇਸ ਲਾਤਾ, ਕੋਰਟ ਕੇਸ ਲਾਤਾ, ਨਾਲੇ ਉਹਦੇ ਵਿੱਚ ਹੀ ਇਹਨੇ ਰਜਿਸਟਰੀ ਕਰਾਈ ਆ, ਇੰਤਕਾਲ ਕਰ ਲਿਆ ਇਹਨੇ, ਸਾਰਾ ਕੁਝ ਉਦੋਂ ਹੀ ਕਰ ਲਿਆ ਵਾ। ਬਸ ਕਰਕੇ ਸਾਨੂੰ ਕਹਿੰਦਾ ਤੁਸੀਂ ਦਰਾਂ ਤੋਂ ਬਾਹਰ ਹੋਵੇ, ਥਾਂ ਮੇਰਾ ਵਾ। ਉਹ ਬਹੂ ਵੀ ਕਹਿੰਦੀ ਆ ਮੇਰੇ ਡੈਡੀ ਨੇ ਮੈਨੂੰ ਲੈ ਕੇ ਦਿੱਤਾ ਵਾ ਵੀ ਮੇਰਾ ਥਾਂ ਆ, ਤੁਸੀਂ ਜਾਓ ਆਪਦਾ। ਜਿਹੜਾ ਤੁਸੀਂ ਸਾਨੂੰ ਇੱਕ ਪੇਪਰ ਦਿਖਾਇਆ ਉਸ ਦੇ ਵਿੱਚ ਲਿਖਿਆ ਗਿਆ ਵਾ ਐਫੀਡੇਵਿਟ ਦੇ ਵਿੱਚ ਕਿ 5 ਲੱਖ ਰੁਪਇਆ ਮਕਾਨ ਬਣਾਏ ਤੇ ਲਿੱਤਾ ਵਾ, ਤੇ ਜੇਕਰ ਨਾ ਪੂਰਾ ਕੀਤਾ ਤਾਂ ਮਕਾਨ ਜਿਹੜਾ ਉਹ ਛੱਡਣਾ ਪਏਗਾ। ਕੋਈ ਬਸੀ 5 ਲੱਖ ਨਹੀਂ ਲਿਆ ਹੈਗਾ, ਨਾ ਸਾਨੂੰ ਦਿੱਤਾ। ਉਹਦੇ ਸਬੂਤ ਪ੍ਰੂਫ ਦਿਖਾਣ, ਜਿਹੜਾ ਅਸੀਂ 5 ਲੱਖ ਰੁਪਈਆ ਲਿਆ ਵਾ ਨਾ ਉਹ ਪ੍ਰੂਫ ਦਿਖਾਣ, ਠੀਕ ਆ ਨਾ। ਅਸੀਂ ਕੋਈ 5 ਲੱਖ ਨਹੀਂ ਲਿਆ ਹੈਗਾ। ਇਹਦੇ ਨਾਲ ਤਾਂ ਜਿੱਦਣ ਦੀ ਆਈ ਆ ਇਹ, ਜਿੱਦਣ ਦਾ ਵਿਆਹ ਹੋਇਆ ਉਦਣ ਦਾ ਤਾਂ ਸਾਡੇ ਘਰ 'ਚ ਰੌਲਾ ਪੈਂਦਾ ਵਾ, ਠੀਕ ਆ ਨਾ। ਸਾਡੇ ਘਰ 'ਚ ਕੀ ਕੁਛ ਹੁੰਦਾ, ਦਾਜਾਂ ਦਾ ਇਹ ਆਰੋਪ ਲਾਉਂਦੀ ਆ, ਸਿਲੰਡਰ ਖੋਲਣ ਦਾ ਆਰੋਪ ਲਾਉਂਦੀ ਆ, ਚਾਕੂ ਛੁਰੀਆਂ ਦਾ ਆਰੋਪ ਲਾਉਂਦੀ ਆ। ਇਹ ਸਾਨੂੰ ਇਹਦਾ ਪਿਓ 5 ਲੱਖ ਰੁਪਈਆ ਦੇ ਦੂਗਾ, ਦੱਸੋ ਪਹਿਲਾਂ। ਫਿਰ ਇਹ ਦਰੰਗ ਦਾ ਮਰੀਜ਼ ਆ, ਇਹ ਕਿੱਥੋਂ ਮੋੜ ਦੂਗਾ ਦੱਸੋ ਪਹਿਲਾਂ 5 ਲੱਖ ਰੁਪਈਆ। ਅਸੀਂ ਨਹੀਂ ਲਿਆ ਹੈਗਾ, ਦਵਾਈ ਰੱਬ ਦੀ ਆ, ਅਸੀਂ ਨਹੀਂ ਲਿਆ ਇਹਨਾਂ ਕੋਲੋਂ 5 ਲੱਖ ਰੁਪਈਆ। ਇਹ ਸਭ ਇਹਨਾਂ ਦਾ ਝੂਠ ਬਣਾਇਆ ਹੋਇਆ ਵਾ, ਬਣਾਈ ਜਾਣ। ਜੇ ਸੱਚੇ ਪਾਤਸ਼ਾਹ ਸੱਚ ਦਾ ਹੀ ਬੇੜਾ ਪਾਰ ਕਰੇ, ਮੈਂ ਤਾਂ ਕਹਿੰਦੀ ਆ। ਹੁਣ ਅਸੀਂ ਗੱਲਬਾਤ ਕਰਾਂਗੇ ਅਤੇ ਦੂਜਾ ਪੱਖ ਵੀ ਜਾਣਦੇ ਹਾਂ ਕਿ ਦੂਜਾ ਪੱਖ ਕੀ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਆਖਿਰਕਾਰ ਕਿਉਂ ਇਹਨਾਂ ਨੂੰ ਇੱਕ ਕਮਰੇ ਦੇ ਵਿੱਚ ਹੀ ਰਹਿਣਾ ਪੈ ਰਿਹਾ ਵਾ, ਕਿਉਂ ਇਹਨਾਂ ਦੀ ਰਸੋਈ ਉਹੀ ਇੱਕ ਕਮਰੇ ਦੇ ਵਿੱਚ ਹੈ ਜਿਸ ਕਮਰੇ ਦੇ ਵਿੱਚ ਇਹਨਾਂ ਦੋਵਾਂ ਨੂੰ ਰਹਿਣਾ ਪੈ ਰਿਹਾ। ਦੂਸਰੇ ਪਾਸੇ ਇਸੇ ਹੀ ਬਜ਼ੁਰਗ ਮਾਪਿਓ ਦੇ ਸਾਹਮਣੇ ਆਏ ਪੁੱਤਰ ਦੇ ਵੱਲੋਂ ਤੇ ਉਸ ਦੀ ਨੂੰਹ ਦੇ ਵੱਲੋਂ ਆਪਣੇ ਤੇ ਲਗਾਏ ਗਏ ਸਾਰੇ ਆਰੋਪਾਂ ਦਾ ਖੰਡਨ ਕੀਤਾ ਗਿਆ, ਜਿਨ੍ਹਾਂ ਦਾ ਆਖਣਾ ਹੈ ਕਿ ਸਿਰਫ ਧੋਖੇ ਦੇ ਨਾਲ ਹੀ ਉਹਨਾਂ ਨੂੰ ਫਸਾਇਆ ਜਾ ਰਿਹਾ, ਜਦਕਿ ਉਹਨਾਂ ਦੇ ਘਰ ਦੇ ਵਿੱਚ ਜੋ ਕਿ ਲੜਕਾ ਹੈ ਉਸ ਦੀ ਭੈਣਾਂ ਦੀਆਂ ਜੋ ਦਖਲ ਅੰਦਾਜ਼ੀ ਹੈ ਉਹ ਬਹੁਤ ਜ਼ਿਆਦਾ, ਜਿਸ ਕਰਕੇ ਉਹਨਾਂ ਦਾ ਇਹ ਜਿਹੜਾ ਘਰੇਲੂ ਕਲੇਸ਼ ਹੈ ਉਹ ਇੰਨਾ ਵੱਧ ਗਿਆ ਕਿ ਅੱਜ ਥਾਂ ਤੇ ਲੋਕ ਉਹਨਾਂ ਦੇ ਕਲੇਸ਼ ਬਾਰੇ ਜਾਣਨ ਲੱਗ ਗਏ ਨੇ, ਜਦਕਿ ਜੇਕਰ ਉਹਨਾਂ ਦੀਆਂ ਭੈਣਾਂ ਦੀ ਇੰਨੀ ਦਖਲ ਨਾ ਹੋਵੇ ਤੇ ਅੱਜ ਸਾਡੇ ਘਰ ਵੀ ਇਹ ਕਲੇਸ਼ ਨਾ ਹੁੰਦਾ। ਸੋ ਉਹਨਾਂ ਦੇ ਨੂੰਹ ਪੁੱਤਰ ਵੀ ਸਾਡੇ ਨਾਲ ਇੱਥੇ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦਾ ਪੱਖ ਵੀ ਸੁਣਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ। ਮਾਤਾ ਜੀ ਦਾ ਕਹਿਣਾ ਇਹ ਹੈ ਕਿ ਇਹ ਜਿਹੜਾ ਘਰ ਹੈ ਇੱਕੋ ਸੀਗਾ, ਇਹ ਘਰ ਅਸੀਂ ਬਣਾਇਆ ਪਰ ਸਾਨੂੰ ਇੱਥੇ ਥਾਂ ਨਹੀਂ ਮਿਲ ਰਹੀ ਰਹਿਣ ਦੀ। ਦੇਖੋ ਜੀ, ਇਹ ਘਰ ਮੇਰੇ ਪਾਪਾ ਨੇ ਮੈਨੂੰ ਲੈ ਕੇ ਦਿੱਤਾ ਹੋਇਆ ਵਾ, ਮੈਂ ਇਹਨਾਂ ਤੋਂ ਕੋਈ ਜਗ੍ਹਾ ਨਹੀਂ ਲਈਗੀ। ਇਹ ਮੈਂ ਮਲਕੀਤ ਸਿੰਘ ਤੋਂ ਜਗ੍ਹਾ ਲਈ ਆ, ਉਹਨਾਂ ਨੇ ਮੇਰੀ ਰਜਿਸਟਰੀ ਕਰਾ ਕੇ ਦਿੱਤੀ ਹੋਈ ਆ। ਇਹਨਾਂ ਨੇ ਆਪਦੇ ਮੁੰਡੇ ਨੂੰ ਜਦੋਂ ਸਗਨ ਲਾ ਕੇ ਉਦੋਂ ਹੀ ਬੇਦਖਲ ਕਰ ਦਿੱਤਾ ਸੀਗਾ, ਤੇ ਇਹਨਾਂ ਨੇ ਮੁੜ ਕੇ ਰਿਸ਼ਤੇ ਨੂੰ ਇਹਨਾਂ ਦੇ ਮੁੰਡਿਆਂ ਨੇ ਜਵਾਬ ਦੇਤਾ, ਕਹਿੰਦਾ ਵੀ ਮੈਂ ਰਿਸ਼ਤਾ ਨਹੀਂ ਕਰਨਾ, ਜਦ ਕਿ ਸਾਡੇ ਸਾਰੇ ਰਿਸ਼ਤੇਦਾਰਾਂ 'ਚ ਸਾਡੀ ਬਦਨਾਮੀ ਹੁੰਦੀ ਸੀ। ਫਿਰ ਮੇਰੇ ਡੈਡੀ ਨੇ ਇਹਨਾਂ ਨੂੰ ਜਗ੍ਹਾ ਲੈ ਕੇ ਦਿੱਤੀ ਆ ਇਹ ਵਾਲੀ, ਤੇ ਡੈਡੀ ਕਹਿੰਦਾ ਮੇਰੀ ਸਾਰਿਆਂ 'ਚ ਬਦਨਾਮੀ ਹੋ ਰਹੀ ਆ। ਪੂਰੇ ਸਗਨ ਤੇ ਸਾਰੇ ਵਿਆਹ ਵਾਂਗੂ ਅਸੀਂ ਸਗਨ ਲਾਇਆ ਹੋਇਆ ਸੀਗਾ, ਤੇ ਮੇਰੇ ਡੈਡੀ ਨੇ ਸਾਨੂੰ ਬੱਚਿਆਂ ਨੂੰ ਨਾ, ਸਾਨੂੰ ਸਾਡੀ ਮਾਂ ਮਸ਼ਹੂਰ ਬੱਚਿਆਂ ਨੂੰ ਮਸਾਂ ਪਾਲਿਆ ਵਾ, ਤੇ ਜਿਹੜੀ ਅੱਜ ਮੇਰੇ ਸੱਸ ਸਹੁਰੇ ਉਹਨਾਂ ਨੇ, ਮੇਰੀਆਂ ਨਨਾਨਾਂ ਨੇ ਮੈਨੂੰ ਕੋਰਟ ਕਚਹਿਰੀ ਦਿਖਾਤੇ। ਮੈਂ ਇੰਨੀ ਦੁਖੀ, ਇੰਨਾ ਘਰ ਕਿਸੇ ਨੂੰ ਪਿਆਰੀ ਦੁਸ਼ਮਣ ਦੀ ਧੀ ਨਾ ਦਵੇ।
ਮੈਂ ਤਾਂ ਇਹੀ ਕਹਿੰਦੀ ਇੰਨਾ ਇਹੋ ਜਿਹਾ ਘਰ ਕਿਸੇ ਪਿਆਰੀ ਦੁਸ਼ਮਣ ਦੀ ਧੀ ਨਾ ਦਵੇ ਜਿਹੜੀ ਰੱਬ ਨੇ ਮੇਰੇ ਨਾਲ ਕੀਤੀ। ਹੁਣ ਵੀ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਕੁਝ ਮੇਰੇ ਨਾਲ ਹੁੰਦਾ ਪਿਆ ਨਾ, ਰੱਬ ਉਹਦਾ ਨੇੜੇ ਹੋ ਕੇ, ਕਿਸੇ ਬੰਦੇ ਦੇ ਹੱਥ 'ਚ ਕੁਝ ਨਹੀਂ ਹੁੰਦਾ, ਤੇ ਰੱਬ ਨੇੜੇ ਹੋ ਕੇ ਮੇਰੀ ਸੁਣ ਲਵੇ ਤੇ ਉਹ ਸਾਰਿਆਂ ਦੇ ਸਾਹਮਣੇ ਆ ਜਾਵੇ। ਮੈਨੂੰ ਬਦਨਾਮ ਕੀਤਾ ਜਾ ਰਿਹਾ ਵਾ। ਉਦਣ ਵੀ ਇਹਨਾਂ ਨੇ ਦੋਵਾਂ ਕਮਰਿਆਂ ਨੂੰ ਲੋਕ ਲਾ ਕੇ ਰਸੋਈ 'ਚ ਸਮਾਨ ਨਹੀਂ ਆਪਦਾ ਦੱਸਿਆ। ਇਹਨਾਂ ਨੇ ਕਹਿੰਦੇ ਸਾਨੂੰ ਕੁੱਟ ਮਾਰ ਕੇ ਬਾਹਰ ਨਿਕਲ ਗਈ, ਜਦ ਕਿ ਕਈਆਂ ਲੈ ਕੇ ਇਹਨਾਂ ਦੇ ਦੋ ਤੇ ਮੈਨੂੰ ਰਾਤ ਨੂੰ ਕੁੱਟਣ ਆਉਂਦੇ ਆ, ਮਾਰਨ ਆਉਂਦੇ ਆ। ਇੰਨਾ ਦੁਖੀ ਕੀਤਾ ਜਾਂਦਾ ਮੈਨੂੰ। ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਮੈਨੂੰ ਅੱਧੀ ਰਾਤ ਨੂੰ 2-2 ਵਜੇ ਤੱਕ ਰਸੋਈ 'ਚ ਰੱਖਿਆ ਜਾਂਦਾ ਸੀਗਾ। ਸ਼ਰਾਬਾਂ ਵਾਲੇ ਭਾਂਡੇ ਧੋਂਦੀ ਸੀ, ਮੁੰਡਾ ਮੇਰੇ ਤੋਂ ਖੋਇਆ ਜਾਂਦਾ ਸੀਗਾ। ਤੁਸੀਂ ਮੇਰੇ ਸਾਰੇ ਪਿੰਡ ਤੋਂ ਜਾ ਕੇ ਪੁੱਛ ਲਓ ਜਿਹੜੇ ਮੈਨੂੰ ਅੱਧੀ ਰਾਤ ਨੂੰ ਇੱਥੋਂ ਲੈ ਕੇ ਜਾਂਦੇ ਰਹੇ ਆ। ਜਦੋਂ ਮੇਰਾ ਇਹਦੇ ਨਾਲ ਮੰਗਣਾ ਹੋਇਆ ਸੀ ਮੈਨੂੰ ਲੱਗਦਾ ਉਦੋਂ ਤੋਂ ਹੀ ਮੇਰੇ ਮਾਂ-ਬਾਪ ਨੂੰ ਤੇ ਮੇਰੀਆਂ ਭੈਣਾਂ ਨੂੰ ਇਹ ਰਿਸ਼ਤਾ ਮਤਲਬ ਨਾ ਮਨਜ਼ੂਰ ਹੀ ਸੀਗਾ ਜੀ। ਉਹ ਹੁਣ ਵੀ ਮੇਰੇ ਤੇ ਦਬਾਅ ਪਾਉਂਦੇ ਨੇਗੇ ਕਿ ਮੈਂ ਇਹਨੂੰ ਤਲਾਕ ਦੇ ਦਾਂ ਤੇ ਛੱਡ ਦੇਵਾਂ ਜੀ। ਤੇ ਇਹ ਸਾਰਾ ਸਟੰਟ ਵੈਸੇ ਵੀ ਕਿ ਉਹਨਾਂ ਤੇ ਬੜੀ ਇਹ ਸ਼ਰਮ ਵਾਲੀ ਗੱਲ ਆ ਜਿਨ੍ਹਾਂ ਨੇ ਮੇਰਾ ਪੱਖ ਸੁਣਿਆ ਹੀ ਨਹੀਂ ਹੈਗਾ ਤੇ ਇਹਨਾਂ ਦੀ ਵੀਡੀਓ ਵਾਇਰਲ ਕਰ ਦਿੱਤੀ, ਜਿੱਤੇ ਲੋਕ ਅੱਜ ਕੱਲ੍ਹ ਭੱਦੇ ਕਮੈਂਟ ਕਰ ਰਹੇ ਆ ਮੈਨੂੰ। ਤੇ ਗੱਲ ਮੁੱਕਦੀ ਗੱਲ ਇਹ ਕਿ ਇਹਨਾਂ ਨੂੰ ਮੇਰਾ ਇਹਦੇ ਨਾਲ ਰਹਿਣਾ ਪਸੰਦ ਨਹੀਂ ਹੈਗਾ। ਇਹ ਕਹਿੰਦੇ ਆ ਵੀ ਮੈਂ ਇਹਨੂੰ ਤਲਾਕ ਦੇ ਦਾਂ ਤੇ ਇਹਨੂੰ ਛੱਡ ਦਾਂ, ਤੇ ਇਹ ਸਾਰਾ ਸਟੰਟ ਇਹ ਮੇਰੀ ਪ੍ਰਾਪਰਟੀ ਦੱਬਣ ਲਈ ਹੋ ਰਿਹਾ ਜੀ। ਮੇਰੀਆਂ ਜਿਹੜੀ ਕਾਗਜ਼ੀ ਤੌਰ ਤੇ ਪ੍ਰਾਪਰਟੀ ਦਿਖਾਈ ਗਈ ਉਹ ਅੰਕਲ ਦਾ ਵੀ ਮਤਲਬ ਅੰਕਲ ਵੀ ਇਸ਼ਾਰੇ ਰਾਹੀਂ ਸਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਘਰ ਜਿਹੜਾ ਹੈ ਉਹ ਇੱਕ ਸੀਗਾ। ਹਾਲਾਂਕਿ ਇਹ ਘਰ ਬਾਅਦ ਚੋਂ ਬਣਿਆ। ਜਿਹੜੀਆਂ ਤਸਵੀਰਾਂ ਉਹਨਾਂ ਨੇ ਸਾਨੂੰ ਦਿਖਾਈਆਂ ਜਦੋਂ ਤੁਹਾਡਾ ਵਿਆਹ ਹੋਇਆ ਤਾਂ ਇਸੇ ਘਰ ਦੀਆਂ ਨੇ। ਉਹ ਠੀਕ ਹੈ ਜੀ, ਵਿਆਹ ਮੇਰਾ ਇਸੇ ਘਰ 'ਚ ਹੀ ਹੋਇਆ ਕਿਉਂਕਿ ਮੰਗਣੇ ਤੋਂ ਬਾਅਦ ਹੀ ਅਸੀਂ ਇਹ ਘਰ ਲੈ ਲਿਆ ਸੀਗਾ ਜੀ। ਮੰਗਣੇ ਤੋਂ ਬਾਅਦ ਹੀ ਇਹ ਘਰ ਬਣਿਆ। ਇਹਨਾਂ ਨੇ ਮੈਨੂੰ ਉਦੋਂ ਤੋਂ ਹੀ ਤਕਰੀਬਨ ਉਦੋਂ ਹੀ ਇਹਨਾਂ ਨੇ ਮੈਨੂੰ ਵਿਆਹ ਤੋਂ ਬਾਅਦ ਹੀ ਜਾਂ ਮੰਗਣੇ ਤੋਂ ਬਾਅਦ ਹੀ ਇਹਨਾਂ ਨੇ ਮੈਨੂੰ ਲੱਗਦਾ ਮੈਨੂੰ ਬੇਦਖਲ ਕੀਤਾ ਹੋਇਆ ਹੈਗਾ। ਇਹ ਬਸ ਇਹ ਚਾਹੁੰਦੀਆਂ ਨੇਗੀਆਂ ਮੇਰੀਆਂ ਭੈਣਾਂ ਵੀ ਇਹ ਮੇਰੀ ਘਰਵਾਲੀ ਇੱਥੋਂ ਘਰੋਂ ਨਿਕਲ ਜੇ ਤੇ ਵੀ ਇੱਥੇ ਮੈਂ ਕਬਜ਼ਾ ਕਰਾਂ। ਹੁਣ ਪਲਾਟ ਲੈ ਲਿਆ ਇਹਨਾਂ ਨੇ। ਹੁਣ ਕੋਈ ਹੋਰ ਕੁੜੀ ਨੂੰ ਉਹਨਾਂ ਦੀ ਜਾਇਦਾਦ ਰੱਖਣ ਨੂੰ ਫਿਰਦੇ ਆ। ਉਹ ਪਤਾ ਨਹੀਂ ਕਿਹੜੀ ਕੁੜੀ ਆ, ਕੱਲੀ ਕੁੜੀ ਆ ਜਿਹਦੇ ਨਾਲ ਇਹਦਾ ਵਿਆਹ ਕਰਾਉਣਾ ਚਾਹੁੰਦੇ ਆ। ਤੇ ਹੁਣ ਉਹਦੀ ਜਾਇਦਾਦ ਹੜੱਪਣੀ ਆ। ਮੇਰੇ ਪਿਓ ਨੂੰ ਜਿੰਨਾ ਲੁੱਟਣਾ ਸੀ ਲੁੱਟ ਚੁੱਕੇ ਆ। ਬਾਕੀ ਗੱਲ ਰਹੀ ਮਾਂ-ਬਾਪ ਨੂੰ ਸਾਂਭਣ ਦੀ ਜੀ, ਮੈਂ ਕਦੀ ਵੀ ਇਹਨਾਂ ਨੂੰ ਮੱਥੇ ਵੱਟ ਨਹੀਂ ਪਾਇਆ। ਮੈਂ ਤਾਂ ਤਕਰੀਬਨ ਸਾਨੂੰ 10 ਸਾਲ ਹੋ ਗਏ ਜੀ ਇਕੱਠੇ ਰਹਿੰਦਿਆਂ ਨੂੰ। ਇਹਨਾਂ ਦੀ ਅਸੀਂ ਕਦੀ ਵੀ ਸੇਵਾ 'ਚ ਕੋਈ ਕਮੀ ਨਹੀਂ ਆਉਣ ਦਿੱਤੀ। ਤੁਸੀਂ ਮੇਰਾ ESI ਹਸਪੀਟਲ ਤੋਂ ਕਾਰਡ ਬਣਿਆ ਹੋਇਆ, ਉੱਥੇ ਵੀ ਇਹਦਾ ਟਰੀਟਮੈਂਟ ਚੱਲਦਾ ਰਿਹਾ ਮੇਰੇ ਬਾਪ ਦਾ ਤੇ ਮੇਰੀ ਮਾਂ ਦਾ ਜੀ। ਤੇ ਇਹਨੂੰ ਮੈਂ ਖੁਦ ਵੀ ਜਦੋਂ ਇਹਨੂੰ ਪੈਰਾਲਾਈਜ਼ ਹੋਇਆ ਪਤਾ ਨਹੀਂ ਇਹਨੂੰ ਮੈਂ ਕਿੱਥੇ ਦਾ ਟਰੀਟਮੈਂਟ ਕਰਾਇਆ ਹੈਗਾ। ਪਰ ਇੱਕ ਉਹ ਕਹਿੰਦੇ ਕਿ ਸਾਡਾ ਰਸੋਈ ਸਾਂਝੀ ਨਹੀਂ ਹੈ। ਇੱਕ ਮਿੰਟ, ਉਹ ਵੀ ਮੈਂ ਤੁਹਾਨੂੰ ਨਾਲ ਚੱਲ ਕੇ ਦਿਖਾਊਂਗਾ। ਤੇ ਹੁਣ ਵੀ ਮਾਤਾ ਦਾ ਸਾਡੀ ਦਾ ਕਹਿਣਾ ਚਾਹੁੰਦੀ ਸੀ ਵੀ ਅਸੀਂ ਇੱਕ ਕਮਰੇ 'ਚ ਰਹਿੰਦੇ ਹਾਂ ਤੇ ਤੁਸੀਂ ਸਾਡਾ ਵੀ ਦੇਖ ਲਓ ਵੀ ਅਸੀਂ ਕਿਹੜੇ ਕਮਰੇ 'ਚ ਰਹਿੰਦੇ ਆ ਤੇ ਉਹਨਾਂ ਦਾ ਵੀ ਦੇਖ ਲਓ ਤੁਸੀਂ ਵੀ ਕਿਹੜੇ ਕਮਰੇ ਉਹਨਾਂ ਕੋਲੇ ਹੈਗੇ ਆ। ਤੇ ਰਸੋਈ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਰਸੋਈ ਨੂੰ ਕੋਈ ਅਸੀਂ ਜਿੰਦਾ ਨਹੀਂ ਲਾਇਆ। ਰਸੋਈ ਵਿੱਚ ਇਹਨਾਂ ਦਾ ਸਮਾਨ ਵੀ ਪਿਆ ਹੈਗਾ। ਰਸੋਈ ਵਿੱਚ ਚਲੋ ਉਹ ਮਾਤਾ ਨੂੰ ਸਾਨੂੰ ਰੋਟੀ ਲਾਉਂਦੀ ਨੂੰ ਤਕਲੀਫ ਹੁੰਦੀ ਸੀ, ਉਹਨੇ ਆਪਣਾ ਸਿਲੰਡਰ ਜਾਂ ਗੈਸ ਚੱਕ ਕੇ ਆਪਦੇ ਬੈੱਡ ਦੇ ਕੋਲੇ ਰੱਖ ਲਿਆ। ਉਹਨੂੰ ਗਰਮੀ ਲੱਗਦੀ ਜਾਂ ਕੁਝ ਵੀ ਸੀਗਾ। ਅਸੀਂ ਕਦੀ ਉਹਨਾਂ ਦਾ ਕੋਈ ਸਮਾਨ ਨਹੀਂ ਚੱਕਿਆ। ਹਜੇ ਵੀ ਰਸੋਈ ਵਿੱਚ ਉਹਨਾਂ ਦਾ ਸਮਾਨ ਪਿਆ ਹੈਗਾ ਜੀ। ਉਹਨਾਂ ਵੱਲੋਂ ਆਰੋਪ ਲਗਾਏ ਗਏ ਕਿ ਜਦੋਂ ਤੁਸੀਂ ਵਿਆਹ ਕੇ ਆਏ ਤਾਂ ਤੁਸੀਂ ਚਾਕੂ ਛੁਰੀਆਂ ਦੇ, ਗੈਸ ਦੇ, ਇਹ ਜਿਹੜੇ ਆਰੋਪ ਹੈ ਉਹਨਾਂ ਉੱਤੇ ਲਗਾਏ ਗਏ ਸੀ। ਇਹ ਮੇਰੇ ਨਾਲ ਹੋਏ ਸੀ। ਸਾਡਾ ਸਾਰੇ ਪਿੰਡ ਸੀ। ਜਦੋਂ ਮੈਨੂੰ ਰਾਤ ਨੂੰ ਲੈ ਕੇ ਗਏ ਇੱਥੋਂ, ਮੈਨੂੰ ਕੁੱਟ ਮਾਰ ਕੇ ਬਾਹਰ ਕੀਤਾ ਗਿਆ ਸੀਗਾ। ਉਦੋਂ ਤੇ ਇਹ ਮੇਰੇ ਤੇ ਇਹੀ ਕੁਛ ਕਰਦੇ ਆਏ ਸੀਗੇ। ਫਿਰ ਉਹਨਾਂ ਨੇ ਇਹਨਾਂ ਤੇ ਪਰਚਾ ਕੱਟਿਆ ਦਾਜ ਦਾ ਕਹਿੰਦੇ ਸੀਗੇ। ਫਿਰ ਡੈਡੀ ਕਹਿੰਦੇ ਨਹੀਂ ਵੀ ਇਹੋ ਜਿਹੀ ਗੱਲ ਰਹਿਣ ਦਿਓ। ਪਰ ਇਹਨਾਂ ਨੇ ਮੈਨੂੰ ਉਦੋਂ ਕੁੱਟਣਾ ਮਾਰਨਾ ਸ਼ੁਰੂ ਕਰਤਾ। ਜਦੋਂ ਮੈਨੂੰ ਪਾਣੀ ਬਾਰ ਕੇ ਅੰਦਰ ਹੀ ਕੀਤਾ ਉਦੋਂ ਇਹਨਾਂ ਦੀਆਂ ਮੈਲਣੀਆਂ ਰਹਿ ਗਈਆਂ ਤੇ ਇਹਨਾਂ ਦੇ ਸੋਨੇ ਦੀਆਂ ਛਾਪਾਂ ਰਹਿ ਗਈਆਂ ਸੀ, ਜਿਹੜੀਆਂ ਮੇਰੇ ਪਿਓ ਨੇ ਹਜੇ ਦਿੱਤੀਆਂ ਨਹੀਂ ਸੀ। ਜਿਹੜੇ ਮੇਰੇ ਨਾਲ ਆਏ ਸੀਗੇ ਮੈਨੂੰ ਵਿਆਹ ਦੇ ਟਾਈਮ ਤੇ, ਉਹਨਾਂ ਨੇ ਮੈਨੂੰ ਉਸੇ ਵਕਤ ਕਹਿਦਾ ਤੁਸੀਂ ਕਿਹੋ ਜਿਹਾ ਘਰ ਦੇਖਿਆ, ਕਿਹੋ ਜਿਹੇ ਰਿਸ਼ਤੇਦਾਰ ਦੇਖੇ ਆ, ਤੁਸੀਂ ਤਾਂ ਫਸ ਗਏ ਆ। ਮਾਤਾ ਜੀ ਨੇ ਸਾਡੇ ਤੇ ਇਲਜ਼ਾਮ ਵੀ ਲਗਾਇਆ ਕਿ ਮੇਰੀਆਂ ਕੁੜੀਆਂ ਨੂੰ, ਮੇਰੇ ਦੋਹਤਿਆਂ ਨੂੰ ਅੰਦਰ ਨਹੀਂ ਆਉਣ ਦਿੰਦੇ ਹੈਗੇ। ਗੱਲ ਇਹ ਹੈਗੀ ਹੈ ਕਿ ਇੱਕ ਤਾਂ ਉਹ ਦੇਖੋ ਸਾਡੀ ਜਗ੍ਹਾ ਦੱਬੀ ਬੈਠੇ ਨੇਗੇ ਜੀ। ਮੈਂ ਤਾਂ ਆਪਦੇ ਮਾਪਿਓ ਨੂੰ ਕਈ ਵਾਰ ਬੇਨਤੀ ਕਰ ਚੁੱਕਿਆ ਕਿ ਮੈਂ ਤਾਂ ਤੁਹਾਨੂੰ ਸੰਭਾਲਣ ਨੂੰ ਤਿਆਰ ਹੈਗਾ, ਮੈਨੂੰ ਕੋਈ ਇਹਦੇ 'ਚ ਪਰੇਸ਼ਾਨੀ ਨਹੀਂ ਹੈਗੀ। ਰੋਟੀ ਹੋਈ ਜਾਂ ਰੋਟੀ ਦਾ ਕੀ ਹੁੰਦਾ, ਕੁਝ ਵੀ ਨਹੀਂ। ਟਰੀਟਮੈਂਟ ਇਹਨਾਂ ਦਾ ESI ਹਸਪੀਟਲ 'ਚੋਂ ਚੱਲਦਾ ਰਹਿਣਾ ਹੈਗਾ। ਮੈਂ ਤਾਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਮੇਰੀਆਂ ਭੈਣਾਂ ਨਾਲ ਮੇਰੀ ਨਹੀਂ ਬਣਦੀ ਹੈਗੀ। ਉਹਨਾਂ ਦੇ ਮੁੰਡੇ ਇੱਥੇ ਆ ਕੇ ਮੈਨੂੰ ਮਾਰਨ ਨੂੰ ਪੈਂਦੇ ਨੇਗੇ ਰੋਜ਼। ਦੇਖੋ ਜੀ ਜਿਹੜਾ ਕੋਈ ਘਰੇ ਆ ਕੇ ਮੈਨੂੰ ਮਾਰੇਗਾ, ਮੈਨੂੰ ਗਾਲਾਂ ਕੱਢੇਗਾ, ਮੈਂ ਉਹਨੂੰ ਕਿਉਂ ਆਪਣੇ ਘਰੇ ਵੜਨ ਦਊਂਗਾ ਜੀ।
ਬਾਕੀ ਉਹ ਸਾਨੂੰ ਤੰਗ ਪਰੇਸ਼ਾਨ ਕਰਨ ਲਈ ਉਹਨਾਂ ਦੇ ਘਰੇ ਲੈਟਰਿੰਗ ਬਾਥਰੂਮ ਸਭ ਕੁਝ ਹੈਗਾ, ਪਰ ਉਹ ਬਾਥਰੂਮ ਸਾਡੇ ਵਾਲਾ ਯੂਜ਼ ਕਰਦੇ ਨੇ ਆ ਕੇ, ਜਿਸ ਤੋਂ ਮੈਂ ਉਹਨਾਂ ਨੂੰ ਰੋਕਦਾ। ਸੋ ਯਾਨੀ ਕਿ ਛੋਟੀ ਛੋਟੀ ਗੱਲਾਂ ਦੇ ਨਾਲ ਹੀ ਜਿਹੜੀ ਹੈ ਉਹ ਅਣਬਣ ਹੋਈ ਹੈ, ਭੈਣਾਂ ਨਾਲ ਤੁਹਾਡੀ ਨਹੀਂ ਬਣਦੀ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਇੱਥੋਂ ਚੱਲ ਜਾਓ ਜਾਂ ਮੈਂ ਤੁਹਾਨੂੰ ਰੱਖਣ ਲਈ ਤਿਆਰ ਹਾਂ। ਇੱਕ ਰੌਲਾ ਕਿਉਂ ਪੈ ਰਿਹਾ ਕਿ ਨਾਲ ਪਹਿਲਾਂ ਤੋਂ ਰਹਿ ਰਹੇ ਸੀਗੇ, ਤੁਸੀਂ ਕਹਿੰਦੇ ਹੋ ਕਿ ਰਜਿਸਟਰੀ ਬਾਅਦ 'ਚ ਹੋਈ ਹੈ, ਉਹ ਕਹਿੰਦੇ ਇਹ ਪੂਰਾ ਮਕਾਨ ਜਿਹੜਾ ਹੈ ਉਹ 250 ਗਜ ਦੀ ਮੇਰੇ ਖਿਆਲ ਨਾਲ ਜ਼ਮੀਨ ਜਿਹੜੀ ਉਹਨਾਂ ਨੇ ਦਿਖਾਈ ਹੈ ਕਿ ਉਹ ਇਕੱਠੀ ਸੀ, ਉਹ ਸਾਂਝੀ ਸੀ, ਇਹ ਘਰ ਆਪ ਬਣਾਇਆ? ਨਹੀਂ, ਕੋਈ ਸਾਂਝੀ ਨਹੀਂ ਸੀ ਜ਼ਮੀਨ। ਪਹਿਲਾਂ ਉਹਨਾਂ ਦਾ 120 ਗਜ ਦਾ ਪਲਾਟ ਸੀਗਾ ਜੀ, ਇਹ ਤਾਂ ਬਾਅਦ ਵਿੱਚ ਲਿਆ ਗਿਆ ਪਲਾਟ ਜੀ, ਇਹ ਤਾਂ ਮੈਂ ਹੀ ਲਿਆ ਸੀਗਾ ਪਲਾਟ। ਉਦੋਂ ਚਲੋ ਕੁਝ ਕਿਸ਼ਤਾਂ ਰਹਿੰਦੀਆਂ ਸੀਗੀਆਂ ਪਲਾਟ ਦੀਆਂ, ਮੇਰੇ ਸਹੁਰਾ ਸਾਹਿਬ ਨੇ ਵੀ ਰਲ ਮਿਲ ਕੇ ਚਲੋ ਸਾਨੂੰ ਰਹਿਣ ਲਈ ਘਰ ਬਣਾ ਕੇ ਦੇ ਦਿੱਤਾ। ਨਹੀਂ ਤਾਂ ਮੇਰੇ ਮਾਂ-ਬਾਪ ਨੇ ਮੇਰੀਆਂ ਭੈਣਾਂ ਦੇ ਮਗਰ ਲੱਗ ਕੇ ਤਾਂ ਮੈਨੂੰ ਮੰਗਣੇ ਤੋਂ ਬਾਅਦ ਹੀ ਮੈਨੂੰ ਇਹ ਘਰੋਂ ਬਾਹਰ ਕੱਢਣ ਨੂੰ ਕਹਿ ਰਹੇ ਵੀ ਜੇ ਤੂੰ ਉਹਦੇ ਨਾਲ ਵਿਆਹ ਕਰਾਉਣਾ ਹੈਗਾ ਤਾਂ ਘਰੋਂ ਨਿਕਲ ਜਾ। ਤੇ ਉਹੀ ਇਹਨਾਂ ਨੇ ਕੰਮ ਕੀਤਾ। ਵਿਆਹ ਤੋਂ ਤਕਰੀਬਨ 2 ਮਹੀਨੇ ਬਾਅਦ ਹੀ ਇਹਨਾਂ ਨੇ ਸਾਡਾ ਸਮਾਨ ਚੱਕ ਕੇ ਘਰੋਂ ਬਾਹਰ ਮਾਰਿਆ ਜੀ, ਤੇ ਪੁਲਿਸ ਵਾਲਿਆਂ ਦੇ ਮਗਰ ਲੱਗ ਕੇ ਜਾਂ ਜਿਨ੍ਹਾਂ ਨੂੰ ਵੀ ਇਹ ਬੁਲਾ ਕੇ ਲੈ ਕੇ ਆਏ, ਸਾਨੂੰ ਸਾਡਾ ਸਮਾਨ ਇਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਸੀਗਾ। ਇਹ ਜਿਹੜਾ ਮਕਾਨ ਹੈਗਾ ਅਸੀਂ ਆਪਣੀ ਮਿਹਨਤ ਨਾਲ ਬਣਾਇਆ ਹੈਗਾ ਜੀ। ਫਿਰ ਉਹ ਕਾਗਜ਼ੀ 250 ਗਜ ਕਿਉਂ ਦਿਖਾਉਂਦਾ? 250 ਗਜ ਕਿੱਥੇ ਜੀ, ਤੁਸੀਂ ਸਾਡੀ ਰਜਿਸਟਰੀ ਚੈੱਕ ਕਰ ਸਕਦੇ ਹੋ। ਤੁਸੀਂ ਮੈਨੂੰ ਪਲੀਜ਼ ਦਿਖਾਓਗੇ? ਹਾਂ, ਤੁਸੀਂ ਓਰੀਜਨਲ ਕਾਗਜ਼ ਦੇਖੋ ਉਹਨਾਂ ਦੇ ਜਿਹੜੇ ਤੇ ਉਹ ਕਹਿ ਰਹੇ ਆ ਨਾ। ਆਹ ਦੇਖੋ ਜੀ, ਇਹ ਰਜਿਸਟਰੀ ਹੈਗੀ ਹੈ ਜੀ, 126 ਗਜ ਦੀ ਰਜਿਸਟਰੀ ਹੈਗੀ ਹੈ ਜੀ, ਇਹ ਸਾਡੇ ਨਾਮ ਤੇ। ਪੈਸੇ ਦਿੱਤੇ ਗਏ ਮਲਕੀਤ ਸਿੰਘ ਨੂੰ, ਇਹਨਾਂ ਕੋਲੇ ਪ੍ਰੀਤਮ ਸਿੰਘ ਦਾ। ਹਾਂਜੀ, ਇਹ ਰਜਿਸਟਰੀ ਹੈਗੀ ਆ, ਇਹ ਇੰਤਕਾਲ ਹੈਗਾ ਜੀ। ਬਾਕੀ ਅਸੀਂ ਮੇਰਾ ਕਹਿਣਾ ਇਹ ਵੀ ਹੈ ਕਿ 90 ਦਿਨਾਂ ਦੇ ਵਿੱਚ ਇੰਤਕਾਲ ਆਂਦਾ ਹੈ, ਪਰ ਇਹਨਾਂ ਨੇ ਇੰਨੀ ਛੇਤੀ ਇੰਤਕਾਲ ਕਿਸ ਤਰੀਕੇ ਹੁਣ ਸਰ ਅਸੀਂ ਤਾਂ ਨਹੀਂ ਕਹਿ ਸਕਦੇ, ਸਾਨੂੰ ਨਹੀਂ ਪਤਾ ਹੈਗਾ, ਸਾਨੂੰ ਨਹੀਂ ਪਤਾ ਇਸ ਬਾਰੇ। ਅਪਲਾਈ ਕਰਨਾ ਸੀ ਅਸੀਂ ਅਪਲਾਈ ਕਰ ਦਿੱਤਾ ਜੀ, ਸਾਨੂੰ ਛੇਤੀ ਮਿਲ ਗਿਆ। ਉਹ 'ਚ ਸਾਡਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ ਹੈਗਾ ਜੀ। ਯਾਨੀ ਕਿ ਤੁਹਾਡਾ ਵਿਆਹ ਏਸੀ ਘਰੇ ਹੋਇਆ, ਉਦੋਂ ਇਹ ਘਰ ਬਣਿਆ ਹੋਇਆ ਸੀ ਜਦ ਤੁਹਾਡਾ ਵਿਆਹ ਹੋਇਆ? ਹਾਂਜੀ ਹਾਂਜੀ ਉਦੋਂ ਇਹ ਘਰ ਬਣਿਆ ਹੋਇਆ? ਹਾਂਜੀ ਹਾਂਜੀ। ਤੇ ਉਦੋਂ ਤੁਸੀਂ ਸਾਰੇ ਇੱਧਰ ਹੀ ਇਕੱਠੇ ਰਹਿੰਦੇ ਸੀ? ਨਹੀਂ ਜੀ, ਇਹ ਉਦੋਂ ਆਦੇ ਮੰਮੀ ਹੁਣਾਂ ਨੂੰ ਵਿਆਹ ਕਰਕੇ ਲੈ ਕੇ ਆਏ ਆ। ਮੈਂ ਤਾਂ ਸਿਰਫ ਆਪਣੇ ਮਦਰ ਫਾਦਰ ਨੂੰ ਮਤਲਬ ਆਪਣੇ ਨਾਲ ਸੇਵਾ ਕਰਨ ਲਈ ਮੈਂ ਉਹਨਾਂ ਨੂੰ ਨਾਲ ਰੱਖ ਲਿਆ ਵੀ ਚਲੋ ਕੋਈ ਗੱਲ ਨਹੀਂ, ਵੀ ਮਾਂ ਪਿਓ ਬਜ਼ੁਰਗ ਹੈਗੇ ਨੇ, ਇੱਕ ਮੇਰੇ ਪਿਓ ਨੂੰ ਪੈਰਾਲਾਈਜ਼ ਹੋਇਆ ਹੋਇਆ, ਵੀ ਕਿੱਥੇ ਜਾਣਗੇ ਕੁੜੀਆਂ ਦੇ ਮਗਰ ਲੱਗਣਗੇ। ਪਰ ਇਹਨਾਂ ਨੇ ਆਪਣੇ ਬੇਟੀਆਂ ਦੇ ਮਗਰ ਲੱਗਣਾ ਨਹੀਂ ਛੱਡਿਆ, ਤੇ ਇੱਧਰ ਵੀ ਸਾਨੂੰ 10 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਇਹਨਾਂ ਦੀ, ਪਰ ਹੁਣ ਫੇਰ ਇਹਨਾਂ ਨੇ ਉਹੀ ਆਪਣੇ ਬੇਟੀਆਂ ਦੇ ਮਗਰ ਲੱਗ ਕੇ ਉਹੀ ਕੰਮ ਕੀਤਾ। ਇਹਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ, ਮੇਰੇ ਤੇ ਵੀ ਮਤਲਬ ਦਬਾਅ ਪਾਉਂਦੇ ਨੇ ਕਿ ਮੈਂ ਇਹਨੂੰ ਛੱਡਦਾ ਬਸ। ਉਹ ਸ਼ੁਰੂ ਤੋਂ ਹੀ ਮੇਰੀ ਵਿਆਹ ਦੇ ਖਿਲਾਫ ਸੀਗੇ ਜੀ, ਮੰਗਣੇ ਤੋਂ ਬਾਅਦ ਹੀ ਮੇਰੇ ਵਿਆਹ ਦੇ ਖਿਲਾਫ ਸੀਗੇ ਜੀ। ਕਿਆ ਜਾ ਰਿਹਾ ਉਹਨਾਂ ਵੱਲੋਂ ਕਿ ਜਿਹੜਾ ਘਰ ਦਾ ਰਾਸ਼ਨ ਹੈ ਉਹ ਵੀ ਇਲਜ਼ਾਮ ਲਗਾਏ ਗਏ ਕਿ ਉਹ ਲੁਕੋ ਦਿੰਦੇ ਸੀਗੇ? ਕੋਈ ਦੇਖੋ ਜੀ, ਕਹਿਣ ਨਾਲ ਕਿਸੇ ਦਾ ਆਪਾਂ ਮੂੰਹ ਨਹੀਂ ਫੜ ਸਕਦੇ, ਜੋ ਵੀ ਉਹ ਤਾਂ ਇਹ ਸਾਰਾ ਪ੍ਰਾਪਰਟੀ ਹੜੱਪਣ ਦਾ ਸਾਡਾ ਹੈਗਾ, ਸਾਰਾ ਸਟੰਟ ਬਣਿਆ ਹੋਇਆ ਹੈਗਾ ਜੀ। ਤੁਹਾਨੂੰ ਕਿਉਂ ਲੱਗਦਾ ਹੈ? ਕਿਉਂਕਿ ਉਹ ਕਾਫੀ ਬਜ਼ੁਰਗ ਨੇ, ਪਰ ਉਹ ਮੇਰੇ ਮਾਪੇ ਨਹੀਂ ਮੇਰੀ ਪ੍ਰਾਪਰਟੀ ਹੜੱਪਣਾ ਚਾਹੁੰਦੇ ਜੀ, ਇਹ ਮੇਰੀਆਂ ਭੈਣਾਂ ਹੀ ਨੇਗੀਆਂ ਜੋ ਸਾਨੂੰ ਬਸ ਤੰਗ ਪਰੇਸ਼ਾਨ ਕਰਨ ਲੱਗੀਆਂ ਹੋਈਆਂ। ਉਹ ਖੁਦ ਮੂਰੇ ਹੁੰਦੀਆਂ ਨੇਗੀਆਂ, ਉਹ ਬਸ ਮੇਰੇ ਮਾਪਿਓ ਨੂੰ ਉਹਨਾਂ ਨੇ ਇੱਕ ਜ਼ਰੀਆ ਬਣਾਇਆ ਹੋਇਆ ਹੈਗਾ ਮੈਨੂੰ ਤੰਗ ਪਰੇਸ਼ਾਨ ਕਰਨ ਲਈ, ਵੀ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਸੀਨੀਅਰ ਸਿਟੀਜ਼ਨ ਦਾ ਇਹਨਾਂ ਦਾ ਸਹਾਰਾ ਹੋ ਕੇ ਇਹਨਾਂ ਨੂੰ ਘਰੋਂ ਇਹਨਾਂ ਦੀ ਪ੍ਰਾਪਰਟੀ ਚੋਂ ਬਾਹਰ ਕੱਢਦੀ ਹੈ ਜੀ ਬਸ। ਉਹਨਾਂ ਦਾ ਲਬਾਰੀ ਵੀ ਉਹਨਾਂ ਦੀ ਇੱਥੇ ਲੱਗੀ ਹੋਈ ਹੈ, ਵੱਡੀ ਕੁੜੀ ਦੀ, ਉਹ ਦੂਸਰੇ ਜਿੱਚ ਬੈਠੇ ਆ, ਉਹਨਾਂ ਦੀ ਲਬਾਰੀ ਵੀ ਇੱਧਰ, ਉਹਨਾਂ ਦਾ ਸਮਾਨ ਹੌਲੀ ਹੌਲੀ ਇੱਧਰ ਆ ਰਿਹਾ ਵਾ। ਤੁਸੀਂ ਰਾਸ਼ਨ ਦੀ ਗੱਲ ਕੀਤੀ ਹੈ, ਦੇਖੋ ਰਾਸ਼ਨ ਮੇਰੀ ਵੀ ਕੋਈ ਮਤਲਬ ਕੋਈ ਜ਼ਿਆਦਾ ਨੌਕਰੀ ਨਹੀਂ ਹੈਗੀ ਵੱਡੀ, ਮੈਂ ਵੀ ਕੋਈ ਪ੍ਰਾਈਵੇਟ ਫਰਮ ਵਿੱਚ ਹੀ ਕੰਮ ਕਰਦਾ ਜੀ, 10-12 ਹਜ਼ਾਰ 15 ਹਜ਼ਾਰ ਕਮਾਉਣ ਵਾਲਾ ਬੰਦਾ ਹੈਗਾ ਜੀ। ਤੇ ਜੇ ਮੈਨੂੰ ਕੋਈ ਹਰ ਰੋਜ਼ ਕਹੇ ਵੀ ਮੈਨੂੰ ਤੂੰ ਸ਼ਰਾਬ ਲਿਆ ਕੇ ਦੇ, ਮੈਨੂੰ ਮੀਟ ਲਿਆ ਕੇ ਦੇ, ਤਾਂ ਮੈਂ ਤਾਂ ਉਹ ਕੰਮ ਨਹੀਂ ਕਰ ਸਕਦਾ ਜੀ ਰੋਜ਼। ਮੈਂ ਆਪਣੇ ਬੱਚੇ ਵੀ ਪਾਲਣੇ ਹੈਗੇ, ਮੇਰੇ ਮਾਂ-ਬਾਪ ਮੈਨੂੰ ਰੋਜ਼ ਹੀ ਕਹਿੰਦੇ ਸੀਗੇ ਵੀ ਮੈਂ ਤੁਹਾਨੂੰ ਸ਼ਰਾਬ ਲਿਆ ਕੇ ਦੇ, ਸਾਨੂੰ ਮੀਟ ਲਿਆ ਕੇ ਦੇ। ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨਾ, ਜਿਸ ਮੇਰੀਆਂ ਭੈਣਾਂ ਨੇ ਜਿਵੇਂ ਮੈਨੂੰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗੀਆਂ ਹੋਈਆਂ ਰਹੀਆਂ, ਦਿਖਾ ਇਹਨਾਂ ਨੂੰ ਵੀਡੀਓ। ਕਿੰਨਾ ਟਾਈਮ ਹੋ ਗਿਆ ਅੰਕਲ ਇਦਾਂ ਪੈਰਾਲਾਈਸਿਸ ਦਾ ਅਟੈਕ ਉਹਨਾਂ ਨੂੰ? 9-10 ਸਾਲ ਹੋ ਚੁੱਕੇ ਆ ਜੀ। 9-10 ਸਾਲ ਹੋ ਚੁੱਕੇ। ਤੇ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ? ਵਿਆਹ ਨੂੰ ਵੀ ਇੰਨੇ ਹੀ 9-10 ਸਾਲ ਹੋ ਗਏ ਜੀ। 9-10 ਸਾਲ ਹੋ ਚੁੱਕੇ, ਯਾਨੀ ਕਿ ਉਹ ਤੁਹਾਡੇ ਵਿਆਹ ਤੋਂ ਪਹਿਲਾਂ ਹੀ ਪੈਰਾਲਾਈਜ਼ ਹੋ ਗਏ? ਹਾਂਜੀ ਹਾਂਜੀ। ਸੋ ਤੁਹਾਡਾ ਕਹਿਣਾ ਇਹ ਹੈ ਕਿ ਭੈਣਾਂ ਦੀ ਇੰਟਰਫੇਰੈਂਸ ਜਿਹੜੀ ਉਹ ਕਾਫੀ ਜ਼ਿਆਦਾ ਹੈ? ਹਾਂਜੀ, ਮੇਰੀਆਂ ਭੈਣਾਂ ਨੇ ਬਸ ਸਾਡਾ ਘਰ ਬਰਬਾਦ ਕੀਤਾ ਹੋਇਆ ਜੀ।
ਜੇ ਮੇਰੀਆਂ ਭੈਣਾਂ ਮੇਰੇ ਘਰੋਂ ਆਣੋਂ ਜਾਣੋਂ ਹਟ ਜਾਣ, ਸਾਡੇ 'ਚ ਕੋਈ ਲੜਾਈ ਝਗੜਾ ਹੀ ਨਹੀਂ ਹੈ। ਸੋ ਇਹ ਜਿਹੜਾ ਨਾਲ ਦਾ ਘਰ ਹੈ ਉਹ ਕਿਸ ਦਾ ਘਰ ਹੈ? ਐਸਡੀਐਮ ਦੇ ਕੇਸ ਤੋਂ ਪਹਿਲਾਂ ਹੀ ਮੈਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ ਸੀਗੇ, ਆਰਡਰ ਪਾਸ ਕਰਨ ਦੇ। ਵੀਡੀਓ ਦਿਖਾ ਦੇ ਨਾ, ਕੈਮਰੇ ਦੇ ਮੂਹਰੇ ਦਿਖਾ। ਇਹ ਦੇਖੋ ਜੀ, ਇਦਾਂ ਤੰਗ ਪਰੇਸ਼ਾਨ ਕਰਦੀਆਂ ਨੇ ਸਾਨੂੰ। ਆ ਵੇਖੋ ਮੇਰੀ ਸੱਸ ਜਿਹੜੀ ਰੋ ਰੋ ਕੇ ਦੱਸਦੀ, ਉਹਨਾਂ ਦੇ ਗਾਤਰਾ ਪਾਇਆ ਹੋਇਆ ਤੇ ਜਿਹੜੇ ਮੇਰੇ ਨਾਲ ਲੜਦੇ ਪਏ ਆ। ਇਹ ਸਾਰੀ ਨਾਟਕਬਾਜ਼ੀ ਹੋ ਰਹੀ ਆ ਜੀ, ਸਿਰਫ ਇੱਕ ਪ੍ਰਾਪਰਟੀ ਹੜੱਪਣ ਲਈ ਤੇ ਮੈਨੂੰ ਮੇਰੀ ਘਰ ਵਾਲੀ ਤੋਂ ਜੁਦਾ ਕਰਾਉਣ ਲਈ, ਬਸ ਵੀ ਮੈਂ ਆਪਦੀ ਘਰ ਵਾਲੀ ਨੂੰ ਛੱਡ ਦੇਵਾਂ। ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਘਰ ਜਿਹੜਾ ਨਾਲ ਦਾ ਹੈ ਉਹ ਕਾਫੀ ਨੀਵਾਂ ਹੈ। ਤੁਸੀਂ ਉਹ ਦੇਖੋ, ਆ ਗੇਟ ਦੇਖਿਓ ਲੱਗਦਾ ਜਦੋਂ ਦੇਖੋ ਬਾਹਰ ਜੀ, ਕੱਢੇ। ਮੈਂ ਤਾਂ ਇਹਨਾਂ ਨੂੰ ਕਦੀ ਕਿਹਾ ਹੀ ਨਹੀਂ ਉੱਧਰ ਜਾਣ ਵਾਸਤੇ, ਮੈਂ ਤਾਂ ਇਹਨਾਂ ਨੂੰ ਕਹਿ ਹੀ ਨਹੀਂ ਰਿਹਾ ਉੱਧਰ ਜਾਣ ਵਾਸਤੇ, ਨਾ ਇਹਨਾਂ ਨੂੰ ਮੈਂ ਘਰੋਂ ਕੱਢਿਆ ਬਾਹਰ ਜੀ। ਇਹ ਐਸਡੀਐਮ ਦੇ ਫੈਸਲਾ ਆਉਣ ਤੋਂ ਪਹਿਲਾਂ ਹੀ ਮੈਨੂੰ ਆਰਡਰ ਪਾਸ ਹੋ ਗਏ ਸੀ ਇਹਨਾਂ ਦੀਆਂ ਕੁੜੀਆਂ ਵੱਲੋਂ ਬਾਹਰ ਕੱਢਣ ਦੇ। ਇਹ ਵੀ ਮੇਰਾ ਇੱਕ ਜੀਜਾ ਕਚਹਿਰੀ 'ਚ ਲੱਗਿਆ ਹੋਇਆ ਹੈਗਾ, ਸ਼ਾਇਦ ਉਹਦੀ ਉਹ ਮਿਲੀ ਭੁਗਤ ਹੈਗੀ ਹੈ ਜੀ। ਇਹ ਜਿਹੜੇ ਇਹਨਾਂ ਨੇ ਡੀਸੀ ਤੋਂ ਸਾਨੂੰ ਆਰਡਰ ਪਵਾਏ ਸੀਗੇ, ਮੈਨੂੰ ਪੂਰਾ ਸ਼ੱਕ ਹੈ ਜੀ ਕਿ ਉਹਨਾਂ ਦੀ ਹੀ ਮਿਲੀ ਭੁਗਤ ਸੀਗੀ ਜੀ ਸਾਨੂੰ ਬਾਹਰ ਕਢਾਉਣ ਦੀ, ਆਪਦੀ ਪ੍ਰਾਪਰਟੀ 'ਚੋਂ। ਦੇਖੋ ਅਸੀਂ ਖੁਦ ਦੇ ਪੈਸੇ ਲਾਏ, ਖੁਦ ਦੀ ਮਿਹਨਤ ਕੀਤੀ, ਅਸੀਂ ਆਪਦੀ ਪ੍ਰਾਪਰਟੀ 'ਚ ਰਹਿ ਕੇ ਖੁਦ ਹੀ ਪਰੇਸ਼ਾਨ ਹੋਏ ਬੈਠੇ ਹਾਂ ਜੀ। ਉਹ ਵੀ ਸਿਰਫ ਇੱਕ ਮੇਰੀਆਂ ਭੈਣਾਂ ਦੀ ਖਾਤਰ। ਮੈਂ ਆਪਦੇ ਮਾਂ ਪਿਓ ਨੂੰ ਕਦੀ ਨਹੀਂ ਕਿਹਾ ਵੀ ਤੁਸੀਂ ਘਰੇ ਚਲੇ ਜਾਓ, ਮੈਂ ਤਾਂ ਖੁਦ ਉਹਨਾਂ ਨੂੰ ਇੱਧਰ ਲੈ ਕੇ ਆਇਆ ਸੀ ਆਪਣੇ ਨਾਲ, ਵੀ ਚਲੋ ਕੋਈ ਗੱਲ ਨਹੀਂ, ਬਜ਼ੁਰਗ ਨੇਗੇ, ਵੀ ਕੋਈ ਗੱਲ ਨਹੀਂ, ਮੇਰੇ ਨਾਲ ਰਹਿਣਗੇ ਤਾਂ ਕੋਈ ਚੱਕਰ ਨਹੀਂ ਹੈਗਾ ਜੀ। ਪਰ ਜਿਹੜੀ ਮੈਂ ਤੁਹਾਨੂੰ ਇੱਕ ਆਖਰੀ ਸਵਾਲ, ਕਿਉਂਕਿ ਸਾਨੂੰ ਕਈ ਜਿਹੜੇ ਕਾਗਜ਼ ਉਹਨਾਂ ਨੇ ਵੀ ਦਿਖਾਏ ਆ, ਸੋ ਉਹਦੇ ਵਿੱਚ 250 ਗੱਜ ਜਿਹੜਾ ਉਹ ਬੋਲਦਾ ਪਿਆ ਵਾ, ਪਰ ਉਹ 250 ਗੱਜ ਉਸ ਘਰ 'ਚ ਸਾਨੂੰ ਇਹਨਾਂ ਦਾ ਜਿਹੜਾ ਪ੍ਰਾਹੁਣਾ ਹੈਗਾ ਜੀ ਉੱਥੇ ਲੱਗਿਆ ਹੋਇਆ ਕਚਹਿਰੀ, ਉਹ ਪਤਾ ਨਹੀਂ ਕਿੱਦਾਂ ਦੇ ਕੋਈ ਕਾਗਜ਼, ਅੱਜ ਕੱਲ੍ਹ ਕਾਗਜ਼ ਬਣਾਉਣ ਨੂੰ ਕੀ ਆ ਜੀ, ਜਿੱਦਾਂ ਦੇ ਮਰਜ਼ੀ ਕਾਗਜ਼ ਬਣਾ ਲਿਓ। ਗੱਲ ਤਾਂ ਹੈਗੀ ਆ, ਤੁਸੀਂ ਰਜਿਸਟਰੀ ਦਿਖਾਓ ਕਾਗਜ਼ ਦੀ, ਪ੍ਰੂਫ ਤਾਂ ਰਜਿਸਟਰੀ ਮੰਨੀ ਜਾਣੀ ਹੈ ਨਾ ਜਗ੍ਹਾ ਦੀ। ਜਿਹੜੀ ਮਾਤਾ ਰੋ ਰੋ ਕੇ ਦੱਸਦੀ, ਅਸੀਂ ਤਾਂ ਸਿਵਲ ਕੋਰਟ ਵਿੱਚ ਵੀ ਅਸੀਂ ਤਾਂ ਬੇਨਤੀ ਕੀਤੀ ਹੋਈ ਹੈ ਜੀ ਜੱਜ ਸਾਹਿਬ ਨੂੰ, ਆ ਦੇਖੋ ਸਾਰਾ ਉਹਨਾਂ ਤੋਂ ਸਟੇਟਸ ਕੋ ਹੋਇਆ ਹੈਗਾ। ਗੇਟ ਲਾਇਆ। ਉਹਨਾਂ ਦਾ ਕਹਿਣਾ, ਇੱਕ ਆਖਰੀ ਸਵਾਲ ਬਸ ਇਹੀ ਸੀਗਾ ਕਿ ਉਹ ਕਹਿੰਦੇ ਹੈ ਕਿ ਦੂਸਰੇ ਘਰ ਦੇ ਵਿੱਚ ਸਾਡੇ ਤੋਂ ਨੀਵਾਂ ਘਰ ਹੈ, ਨਹੀਂ ਉੱਠਿਆ ਬੈਠਿਆ ਜਾਂਦਾ ਉਸ ਘਰ ਦੇ ਵਿੱਚ। ਅਸੀਂ ਉਹਨਾਂ ਨੂੰ ਕਦੀ ਕਿਹਾ ਹੀ ਨਹੀਂ ਵੀ ਤੁਸੀਂ ਘਰੋਂ ਸਾਡੇ ਬਾਹਰ ਨਿਕਲ ਜਾਓ। ਅਸੀਂ ਤਾਂ ਖੁਦ, ਮੈਂ ਤਾਂ ਖੁਦ ਉਹਨਾਂ ਨੂੰ ਲੈ ਕੇ ਆਇਆ ਸੀ, ਚਲੋ ਕੋਈ ਗੱਲ ਨਹੀਂ ਵੀ ਮੈਂ ਤੁਹਾਡੀ ਸੇਵਾ ਕਰੂੰਗਾ। ਪਰ ਮੇਰੀਆਂ ਇਹ ਜਿੰਨਾ ਵੀ ਕੰਮ ਹੋਇਆ ਮੇਰੀਆਂ ਭੈਣਾਂ ਦੇ ਕਰਕੇ ਹੋਇਆ ਜੀ। ਮੇਰੀਆਂ ਭੈਣਾਂ ਬਹੁਤ ਹੀ ਸਾਡੇ ਘਰੇ ਆ ਕੇ ਇੰਟਰਫੇਅਰ ਕਰਦੀਆਂ ਨੇਗੀਆਂ, ਉਹੀ ਸਾਨੂੰ ਇਕੱਠੇ ਨਹੀਂ ਰਹਿਣ ਦੇ ਸਕਦੀਆਂ। ਮੈਂ ਕਹਿੰਦਾ ਅੱਜ ਵੀ ਮੇਰੀਆਂ ਭੈਣਾਂ ਮੇਰੇ ਘਰੋਂ ਆਣ ਜਾਣੋਂ ਹਟ ਜਾਣ ਤਾਂ ਸਾਡੇ 'ਚ ਕੋਈ ਲੜਾਈ ਝਗੜਾ ਰਹਿਣਾ ਹੀ ਨਹੀਂ ਹੈਗਾ ਜੀ। ਮੈਂ ਤਾਂ ਅੱਜ ਵੀ ਉਹਨਾਂ ਨੂੰ ਰੋਟੀ ਪਾਣੀ ਦੇਣ ਨੂੰ ਤਿਆਰ ਹੈਗਾ ਜੀ। ਜੀ ਸੋ ਤਸਵੀਰਾਂ ਤੁਸੀਂ ਵੀ ਵੇਖ ਰਹੇ ਹੋ, ਵੀਡੀਓਜ਼ ਤੁਸੀਂ ਵੀ ਵੇਖੀਆਂ ਵੈ। ਇਹਨਾਂ ਨੇ ਆਪਣਾ ਪੱਖ ਰੱਖਿਆ ਹੈ, ਉਹਨਾਂ ਨੇ ਆਪਣਾ ਪੱਖ ਰੱਖਿਆ ਹੈ। ਗੱਲ ਮੇਜ਼ ਛੋਟੀ ਜੀ ਹੈ, ਪ੍ਰੋਪਰਟੀ ਦੀ ਅਸੀਂ ਗੱਲ ਕਹਿ ਰਹੀਏ ਕਿ ਪ੍ਰੋਪਰਟੀ ਜਾਂ ਆਪਸ ਵਿੱਚ ਅਣਬਣ ਜਾਂ ਖਾਣਾ, ਇਹ ਤਿੰਨ ਚੀਜ਼ਾਂ ਨੇ ਜੋ ਕਿ ਅੱਗੇ ਆਈਆਂ ਨੇ। ਉਹਨਾਂ ਦਾ ਕਹਿਣਾ ਇਹ ਹੈ ਕਿ ਪਹਿਲੇ ਦਿਨ ਤੋਂ ਹੀ ਦਹੇਜ ਦੇ ਲਈ ਪਰੇਸ਼ਾਨ ਹੋਏ ਹਾਂ, ਪਰ ਮਾਪਿਆਂ ਦਾ ਕਹਿਣਾ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ, ਅਸੀਂ ਆਪਣੇ ਹਿਸਾਬ ਦੇ ਨਾਲ ਇਹ ਘਰ ਬਣਾਇਆ ਵਾ। ਹੁਣ ਤੁਸੀਂ ਵੀ ਵੇਖ ਕੇ ਆਪਣੇ ਆਪ ਅੰਦਾਜ਼ਾ ਲਗਾਓ ਕਿ ਕੌਣ ਸੱਚ ਹੈ ਤੇ ਕੌਣ ਝੂਠ ਹੈ, ਕਿਉਂਕਿ ਹਜੇ ਤੱਕ ਅਸੀਂ ਵੀ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਪਰ ਅਜਿਹੀਆਂ ਕੁਝ ਸਟੋਰੀਜ਼, ਅਜਿਹੀਆਂ ਕੁਝ ਕਹਾਣੀਆਂ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਵੈ ਜਦ ਅਸੀਂ ਵੇਖਦੇ ਹਾਂ ਕਿ ਇੱਕ ਮਾਪਿਓ ਇਸ ਤਰੀਕੇ ਦੇ ਨਾਲ ਪਏ ਹੁੰਦੇ ਆ, ਪਰ ਉਸ ਤੋਂ ਬਾਅਦ ਜਦੋਂ ਦੂਸਰਾ ਪੱਖ ਸੁਣਦੇ ਆ ਤਾਂ ਉਹ ਵੀ ਓਨਾ ਹੀ ਦਿਲ ਦਹਿਲਾਉਣ ਵਾਲਾ ਹੁੰਦਾ ਹੈ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ, ਲੁਧਿਆਣਾ।